ਵਾਹਿਗੁਰੂ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਵਿਘਨ ਕੇ ਨਾਸਕ, ਵਿਘਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋ ਵਾਰ ਵਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਚੌਪਈ। कहस कठोर चंदू कुल घाती, इनकी नस छाती मुझ ताती। तिम अब तब तब हो उत्पाती, इसते परे न अपर अराती। कहस कठोर चंदू कुल घाती। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਚੌਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਬਿਰਾਜ ਰਹੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤਰਸ ਕਰਕੇ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਵਿੱਚ ਰਲ ਮਿਲ ਬੈਠਣ ਦੀਆਂ ਇਹ ਮੋਲਕ ਘੜੀਆਂ ਬਖਸ਼ੀਆਂ ਨੇ। ਆਪ ਜੀ ਨੇ ਗੁਰੂ ਕੇ ਸਵਾਰੇ ਕੀਰਤਨੀ ਸਿੰਘਾਂ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਹਰੀ ਜਸ ਕੀਰਤਨ ਨੂੰ ਸਰਵਣ ਕੀਤਾ ਹੈ।
ਆਓ ਪਿਆਰਿਓ, ਕੁਝ ਕੁ ਦਿਨਾਂ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹਾਦਤ ਦਾ ਪ੍ਰਸੰਗ ਜੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਅੰਕਿਤ ਕੀਤਾ ਹੈ, ਉਸ ਪ੍ਰਸੰਗ ਨੂੰ ਆਪ ਜੀ ਸੁਣਦੇ ਆ ਰਹੇ ਹੋ। ਆਪਣੀ ਮਨ ਬਿਰਤੀ ਨੂੰ ਲਾਹੌਰ ਦੀ ਧਰਤੀ ਤੇ ਲੈ ਚਲੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਚੰਦੂ ਆਪਣੇ ਘਰ ਲੈ ਗਿਆ, ਹਵੇਲੀ ਵਿੱਚ ਲੈ ਗਿਆ। ਹਵੇਲੀ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਕੈਦ ਕਰਕੇ 5 ਸਿੱਖਾਂ ਤੋਂ ਪਹਿਲਾਂ ਵੱਖ ਕੀਤਾ ਗਿਆ। ਜਿਹੜੇ ਸਤਿਗੁਰੂ ਜੀ ਦੇ ਨਾਲ ਸਿੱਖ ਆਏ ਸਨ, ਉਹਨਾਂ ਦੇ ਗਲਾਂ ਵਿੱਚ ਸਰੀਰਾਂ ਉੱਤੇ ਰੱਸੀਆਂ ਬੰਨ੍ਹ ਕੇ ਉਹਨਾਂ ਨੂੰ ਦਿਉੜੀ ਦੇ ਵਿੱਚ ਕੈਦ ਕੀਤਾ ਗਿਆ। ਸਤਿਗੁਰੂ ਜੀ ਨੂੰ ਹਵੇਲੀ ਦੇ ਅੰਦਰ ਲੈ ਕੇ ਗਏ। ਇਸ ਤੋਂ ਉਪਰੰਤ ਭਖਦੇ ਹੋਏ ਜੇਠ ਹਾੜ ਦੇ ਸੂਰਜ ਦੀ ਕੜਕਵੀਂ ਧੁੱਪ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਹਰ ਇਸ ਧੁੱਪ ਦੇ ਵਿੱਚ ਚੌਂਕੜਾ ਮਾਰ ਕੇ ਬੈਠਣ ਲਈ ਆਖਿਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੂੰ ਇਹ ਆਰਡਰ ਹੁੰਦਾ ਹੈ, ਪਹਿਰੇਦਾਰ ਜਿਹੜੇ ਆ, ਚੰਦੂ ਕਹਿੰਦਾ ਉਹਨਾਂ ਨੂੰ ਕਿ ਇਹਨਾਂ ਨੂੰ ਕੁਝ ਖਾਣ ਨੂੰ ਨਹੀਂ ਦੇਣਾ, ਕੁਝ ਪੀਣ ਨੂੰ ਨਹੀਂ ਦੇਣਾ, ਇਹਨਾਂ ਨੂੰ ਬਿਰਾਜਮਾਨ ਨਹੀਂ ਹੋਣ ਦੇਣਾ। ਚੰਦੂ ਇਹ ਆਰਡਰ ਦੇ ਦਿੰਦਾ ਆ। ਸਾਰਾ ਦਿਨ ਸਤਿਗੁਰੂ ਪਾਤਸ਼ਾਹ ਜੀ ਨੂੰ ਉਹ ਕੜਕਵੀਂ ਹੋਈ ਧੁੱਪ ਵਿੱਚ ਸੱਚੇ ਪਾਤਸ਼ਾਹ ਜੀ ਅਡੋਲ ਇੱਕ ਰਸ ਚੌਂਕੜਾ ਮਾਰ ਕੇ ਸੱਚੇ ਪਾਤਸ਼ਾਹ ਜੀ ਬਿਰਾਜਦੇ ਨੇ। ਦੂਸਰੇ ਦਿਨ ਚੰਦੂ ਸੋਚਦਾ ਆ ਕਿ ਸੱਚੇ ਪਾਤਸ਼ਾਹ ਜੀ ਡੋਲੇ ਨਹੀਂ ਆਪਣੇ ਸਿਦਕ ਤੋਂ, ਇਸ ਕਰਕੇ ਪਿਆਰਿਓ ਉੱਬਲਦੀ ਹੋਈ ਦੇਗ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਂਦਾ ਆ। ਚੰਦੂ ਕਹਿੰਦਾ ਆ ਆਪਣੇ ਸਿਪਾਹੀਆਂ ਨੂੰ ਪਕੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਸ ਦੇਗੇ ਦੇ ਵਿੱਚ ਪਾ ਦਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਦੇਗੇ ਵਿੱਚ ਸਾਨੂੰ ਪਾਉਣ ਦੀ ਲੋੜ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਜੀ ਆਪ ਚੱਲ ਕੇ ਉਸ ਉੱਬਲਦੀ ਹੋਈ ਦੇਗ ਵਿੱਚ ਚੌਂਕੜਾ ਮਾਰ ਕੇ ਸੁਭਾਇਮਾਨ ਹੋ ਜਾਂਦੇ ਆ। ਇਸ ਤੋਂ ਉਪਰੰਤ ਪਿਆਰਿਓ, ਇਹ ਤੀਸਰਾ ਤਸੀਹਾ ਜਿਹੜਾ ਆ ਉਹ ਹੋਣ ਲੱਗਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਹ ਉੱਬਲਦੇ ਹੋਏ ਦੇਗੇ ਦੇ ਵਿੱਚੋਂ ਬਾਹਰ ਆਉਂਦੇ ਨੇ। ਚੰਦੂ ਸੋਚਦਾ ਆ ਅਜੇ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਡੋਲੇ ਨਹੀਂ। ਇਸ ਕਰਕੇ ਚੰਦੂ ਭੱਠ ਦੀਆਂ ਹੋਈਆਂ ਪੱਠਾਂ ਦੇ ਵਿੱਚੋਂ ਜਿਹੜੀਆਂ ਤਪਦੀਆਂ ਹੋਈਆਂ ਸਨ, ਉਹਨਾਂ ਵਿੱਚੋਂ ਰੇਤਾ ਲਿਆ ਕੇ, ਜਿਹੜਾ ਰੇਤਾ ਲਾਲ ਅੰਗਿਆਰਿਆਂ ਵਾਂਗੂ ਭਖਦਾ ਸੀ, ਉਹ ਰੇਤਾ ਸਾਹਮਣੇ ਸੱਚੇ ਪਾਤਸ਼ਾਹ ਜੀ ਦੇ ਵਿਛਾ ਦਿੰਦਾ ਹੈ। ਆਪਾਂ ਇੱਥੋਂ ਤੱਕ ਪਹੁੰਚ ਗਏ ਸੀ ਕੱਲ੍ਹ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਸ ਰੇਤੇ ਵੱਲ ਇਸ਼ਾਰਾ ਕਰਦਾ ਆ ਕਿ ਅੱਜ ਤੋਂ ਪਹਿਲਾਂ ਬੜੇ ਸੌਖੇ ਸੌਖੇ ਤਸੀਹੇ ਆਪ ਜੀ ਨੇ ਜਰੇ ਆ। ਹਾਲਾਂਕਿ ਉੱਬਲਦੀ ਦੇਗ ਵਿੱਚ ਉਬਾਲਿਆ ਜਾਣਾ, ਜੇਠ ਹਾੜ ਦੀ ਧੁੱਪ ਦੇ ਵਿੱਚ ਅਡੋਲ ਇੱਕ ਰਸ ਚੌਂਕੜਾ ਮਾਰ ਕੇ ਬੈਠਣਾ, ਇਹ ਅੱਤ ਦੇ ਘਿਨਾਉਣੇ ਤਸੀਹੇ ਨੇ। ਪਰ ਹੁਣ ਕਹਿੰਦਾ ਆ ਕਿ ਆਪ ਜੀ ਨੂੰ ਇਸ ਅੱਗ ਵਾਂਗੂ ਜਿਹੜੀ ਲਾਲ ਜਾਂ ਰੇਤਾ ਆ, ਇਸ ਦੇ ਉੱਤੇ ਖੜਿਆ ਹੋਣਾ ਪੈਣਾ ਹੈ। ਜਾਂ ਆਪ ਜੀ ਮੰਨ ਜਾਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਦਲਾਵ ਲਿਆਓ। ਵਾਰ-ਵਾਰ ਉਹ ਗੱਲਾਂ ਰਿਪੀਟ ਹੁੰਦੀਆਂ ਨੇ ਜੋ ਜਹਾਂਗੀਰ ਦੇ ਦਰਬਾਰ ਵਿੱਚ ਹੋਈਆਂ। ਜਾਂ ਜਹਾਂਗੀਰ ਦਾ ਨਾਮ ਅੰਕਿਤ ਕਰ ਲਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਜਾਂ ਮੁਹੰਮਦ ਸਾਹਿਬ ਦੀ ਸਿਫਤ ਨੂੰ ਅੰਕਿਤ ਕਰ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਜਾਂ ਆਪ ਜੀ ਪਛਤਾਵਾ ਕਰੋ, ਮਾफ़ੀ ਮੰਗੋ। ਖੁਸਰੋ ਨੂੰ ਆਪ ਜੀ ਨੇ ਲੰਗਰ ਛਕਾਇਆ ਆ, ਉਸ ਦੀ ਮਾफ़ੀ ਮੰਗੋ, 2 ਲੱਖ ਰੁਪਈਆ ਜਮ੍ਹਾਂ ਕਰ ਦਿਓ। ਤੇ ਜਾਂ ਫਿਰ ਚੰਦੂ ਕਹਿੰਦਾ ਹੈ ਮੇਰੀ ਧੀ ਦਾ ਜਿਹੜਾ ਸਾਕ ਆ ਉਹ ਮੰਨ ਜਾਓ। ਵਾਰ-ਵਾਰ ਉਹ ਕਹਿੰਦਾ ਆ। ਕੱਲ ਦੇ ਦੀਵਾਨ ਵਿੱਚ ਅਸੀਂ ਇੱਥੋਂ ਤੱਕ ਪਹੁੰਚ ਗਏ ਸੀ, ਧੰਨ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਰੇਤੇ ਦੇ ਬਿਲਕੁਲ ਆਮੋ ਸਾਹਮਣੇ ਖੜੇ ਨੇ। ਚੰਦੂ ਕਹਿ ਰਿਹਾ ਆ ਕਿ ਆਪ ਜੀ ਨੂੰ ਇਸ ਰੇਤੇ ਉੱਤੇ ਖੜਿਆ ਹੋਣਾ ਪੈਣਾ। ਆਪ ਜੀ ਛੱਡ ਦਿਓ ਆਪਣਾ ਧਰਮ, ਆਪਣਾ ਈਮਾਨ, ਆਪਣਾ ਦੀਨ ਛੱਡ ਦਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਡੇ ਘਰ ਦੇ ਵਿੱਚ ਤਾਂ ਇਹ ਲਫ਼ਜ਼ ਜਿਹੜੇ ਆ, ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਫਰਮਾਇਆ, ਜਾਓ ਤਉ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣ। ਸ਼ਹੀਦ ਉਹ ਹੈ ਜੋ ਸਬਰ ਦੀ ਅੱਤ ਕਰ ਦੇਵੇ, ਉਹਨੂੰ ਸ਼ਹੀਦ ਕਹਿੰਦੇ ਆ। ਸਾਬਰ ਸਿਦਕ, ਜਿਹਦੇ ਸਿਦਕ ਨੂੰ ਕੋਈ ਡੁਲਾ ਨਹੀਂ ਸਕਦਾ, ਉਹ ਸ਼ਹੀਦ ਹੈ। ਜਿਹਦੇ ਅੰਦਰ ਰੱਤੀ ਮਾਤਰ ਵੀ ਭਉ ਨਾ ਹੋਵੇ, ਉਹ ਸ਼ਹੀਦ ਹੈ।
ਜਿਹਦੇ ਅੰਦਰ ਰੱਤੀ ਮਾਤਰ ਡਰ ਵੀ ਨਾ ਹੋਵੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਤਾਂ ਨੇ ਕਿਉਂਕਿ ਗੁਰੂ ਕੇ ਪਿਆਰਿਓ ਅਣਗਿਣਤ ਗੁਰਸਿੱਖ ਸ਼ਹੀਦਾਂ ਵਾਸਤੇ ਉਹ ਪੂਰਨੇ ਪਾ ਗਏ। ਥੋੜਾ ਜਿਹਾ ਇਹਦਾ ਤਰਜਮਾ ਕਰ ਲਈਏ, just translate what we've been going over in the last few days. Take your thoughts and take your surti to Lahore. It is burning hot. Sache Padshah Ji Maharaj, I cannot go through all the history we covered in 2 weeks, but I will recap over the last few days. Dhan Guru Arjan Dev Ji Maharaj has now been taken to the house of Chandu. Chandu is about to torture the Guru, and this torture goes on for 5 days. On the first day, Satguru Padshah Ji is accompanied by 5 Sikhs. And the reasons we've heard again and again, I've been through them in the Katha. They were saying to Guru Sahib Ji, change Guru Granth Sahib, put the name of the emperor into Guru Granth Sahib. Or put some words in praising the Prophet Muhammad. Or accept the engagement of Chandu's daughter. The story now is too long to tell because the time is very limited. But again and again, Sri Guru Arjan Dev Ji Maharaj is being tortured. When they reach Chandu's house, if we focus, when they reach Chandu's house, Sache Padshah Ji Maharaj is separated from the Sikhs. Especially those of you who complain we cannot understand Punjabi today. If you have a chance to listen, try and focus as much as you can. This is not his story. This is our story. This is our own Sache Padshah, same Guru that we bowed down to when we came into this darbar. Sache Padshah Ji Maharaj is taken to Chandu's house. Maharaj Ji is isolated from the Sikhs. The Sikhs are tied with ropes outside. Sache Padshah Ji Maharaj is taken into the house. Then what happens is this: Chandu orders his soldiers, do not let the Sikhs or Sache Padshah Ji have anything to eat. Do not let them have anything to drink. Do not let them sleep. Sache Padshah Ji Maharaj is then ordered by Chandu to sit outside in the burning hot sun. That same sun of the month of June that we can't go outside in. That same sun in the month of June in India that we look out from our windows of our cars and of our houses, sitting inside places which are air conditioned with the pakke going on full speed. That same sun, Panjਵੇਂ Padshah Guru Arjan Dev Ji Maharaj is sat outside. Sache Padshah Ji spends a whole day in the burning hot sun. Chandu then asks the Guru, give up your faith. Guruji still doesn't give up. Chandu then in his evil mind comes up with another way of torturing the Guru. He says, get a pot, fill it with water, boil it until steam is rising. Then throw the Guru into this pot. At that time, Sache Padshah Ji Maharaj, Dhan Guru Arjan Dev Ji Maharaj is standing there. Chandu says, grab the Guru, throw him in. Sache Padshah Ji puts up the hand. Maharaj Ji says, no one touch me, I will walk in myself. Sache Padshah Ji Maharaj themselves climbs into the Upardi Deg, sits down with their legs crossed. At that time, Maharaj Ji the whole day is boiled alive. The next day, Chandu then thinks, the Guru still hasn't given up. What can I do? Chandu tells them to go into the ovens. There is burning hot sand. Sand is yellow, but when it gets hot, it goes red. On the ground, he lays down a bed of burning hot sand. And he says, Guruji, if you do not give up now, I will make you sit upon this burning hot sand. Sache Padshah Ji Maharaj, in yesterday's history, is just about to sit upon that sand. Maharaj Ji, Dhan Guru Arjan Dev Ji Maharaj, kade jeth haad diyan tuppan, kade ubbardi hoyi deg vich adol chaunkade maarde ne. Aj Sache Padshah Ji Maharaj ਤਪਦੇ ਹੋਏ ਰੇਤੇ ਦੇ ਕੋਲ ਖੜੇ ਨੇ। ਚੰਦੂ ਜੋ ਮਨਮਾਨੀਆਂ ਕਰਦਾ ਆ, ਜੋ ਸੱਚੇ ਪਾਤਸ਼ਾਹ ਜੀ ਨੂੰ ਮਾੜੇ ਬਚਨ ਬੋਲਦਾ ਆ ਤੇ ਜੋ ਸੱਚੇ ਪਾਤਸ਼ਾਹ ਜੀ ਅਗਾਂ ਕੋਰਾ ਸੱਚ ਫਰਮਾਉਂਦੇ ਆ, ਉਹ ਕਵੀ ਸੰਤੋਖ ਸਿੰਘ ਜੀ ਆਪਣੀ ਰਚਨਾ ਦੇ ਵਿੱਚ ਅੱਜ ਆਪ ਜੀ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਸਰਵਣ ਕਰਾਉਣਗੇ। आओ प्यार सत्कार दे नाल अज दा प्रसंग आरंभ करिए जी। चौपई कहस कठोर चंदू कुल घाती, जेड़ा चंदू अत दा कठोर सी अंदरों, जिने अपनी कुल दा नाश करना तक्या सी ना, ओ बोलिया चंदू who is about to take out the roots of his own family. Kavi Santokh Singh says, by doing this sin,
When you do a sin, you are not uprooting anyone else, you are uprooting yourself. You are uprooting your own self. ਚੰਦੂ ਜਿਸ ਨੇ ਆਪਣੀਆਂ ਕੁਲਾਂ ਦਾ ਘਾਤ ਕਰਨਾ ਆ ਪਾਪ ਕਰਕੇ, ਉਹ ਬੜੇ ਕਠੋਰ ਬਚਨ ਬੋਲਦਾ ਆ. ਚੰਦੂ is full of fire, the Guru is full of amrit. ਚੰਦੂ is about to speak to Guru Arjan Dev Ji. ਇਨਕੀ ਨਸ ਛਾਤੀ ਮੁਝ ਤਾਤੀ. ਉਹਨਾਂ ਨੇ ਆਖਿਆ, ਉਸ ਵੇਲੇ ਚੰਦੂ ਨੇ ਆਖਿਆ, ਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮੇਰੀ ਛਾਤੀ ਨੂੰ ਇਹਨਾਂ ਨੇ ਤਪਾ ਕੇ ਰੱਖਿਆ ਹੈ. ਤਿਮ ਅਬ ਤਬ ਤਬ ਹੋ ਉਤਪਾਤੀ. ਇਸ ਤਰ੍ਹਾਂ ਉਹ ਕਹਿੰਦੇ ਨੇ ਕਿ ਅਸੀਂ ਹੁਣ ਸੱਚੇ ਪਾਤਸ਼ਾਹ ਜੀ ਨੂੰ ਤਪਾਵਾਂਗੇ. ਚੰਦੂ says, now I will make the Guru suffer the same way the Guru has made me suffer. Chandu has suffered. Why? Because Chandu is trying to change the Guru. He says, now I will make the Guru burn. ਹਾਂਜੀ. ਇਸ ਤੇ ਪਰੇ ਨਾ ਅਪਰ ਅਰਾਤੀ. ਉਸ ਵੇਲੇ ਇਹ ਸੋਚਦੇ ਆ ਕਿ ਹੋਰ ਕੋਈ ਰਸਤਾ ਨਹੀਂ ਹੈਗਾ. ਧਰੀ ਮੌਨ ਅਬ ਆਏ ਨ ਬਾਨੀ. ਉਸ ਵੇਲੇ ਇਹ ਕਹਿ ਰਿਹਾ ਆ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਬੋਲਦੇ ਨਹੀਂ ਹੈ ਇਸ ਵੇਲੇ. ਸਿੱਖਤਾਂ ਤਪਤ ਅਰੂਡਣ ਲਾਗੇ. ਸੱਚੇ ਪਾਤਸ਼ਾਹ ਜੀ ਮਹਾਰਾਜ ਤਪਦੇ ਹੋਏ ਰੇਤ ਦੇ ਕੋਲ ਆ ਕੇ ਖੜੇ ਹੋ ਜਾਂਦੇ ਆ. ਚੰਦੂ ਕਹਿੰਦਾ ਹੁਣ ਨਹੀਂ ਆਪ ਜੀ ਬੋਲਦੇ. ਚੰਦੂ says, you are not speaking now. Speak now. ਮਹਾਰਾਜ ਜੀ standing. ਤਪਦੇ ਹੋਏ ਰੇਤੇ ਦੇ ਕੋਲ ਸੱਚੇ ਪਾਤਸ਼ਾਹ ਜੀ ਅਡੋਲ ਖੜੇ ਹਨ. ਬੋਲੇ ਸੁਨੀਏ ਹੈ ਮੂਢਕ ਭਾਗੇ. ਫਿਰ ਸੱਚੇ ਪਾਤਸ਼ਾਹ ਜੀ ਨੇ ਆਖਿਆ, ਮੂਰਖ ਚੰਦੂ, ਇਹ ਮੰਦੇ ਭਾਗਾਂ ਵਾਲਿਆ, ਸਾਡੇ ਬਚਨਾਂ ਨੂੰ ਸਰਵਣ ਕਰਨਾ ਕਰ. ਸਗਲੇ ਬੰਸ ਕੀ ਜੜਾਂ ਉਖਾੜ ਹੈ. ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਆਪਣੇ ਬੰਸ ਦੀਆਂ ਜੜਾਂ ਉਖਾੜਦਾ ਪਿਆ ਹੈ ਤੂੰ, ਆਪਣੇ ਪਰ ਅਪਦਾ ਬਹੁ ਡਾਰ ਹੈ. ਤੇ ਆਪਣੇ ਉੱਤੇ ਵੀ ਬਹੁਤ ਦੁੱਖ ਭੀੜ ਦਾ ਸਮਾਂ ਜਿਹੜਾ ਇਹ ਤੇਰੇ ਉੱਤੇ ਬਣਦਾ ਪਿਆ ਹੈ. ਦੋਜਕ ਦੀਰਘ ਦੁਖ ਦਸਹੇਰਾ. ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਉਹ ਚੰਦੂ ਪਾਪੀਆ, ਇਸ ਜਨਮ ਦੇ ਵਿੱਚ ਤੂੰ ਦੁੱਖ ਪਾਵੇਂਗਾ, ਅੱਗੇ ਜਾ ਕੇ ਨਰਕਾਂ ਦੀ ਅੱਗ ਵਿੱਚ ਵੀ ਸੜਨਾ ਪਏਗਾ ਤੈਨੂੰ. ਮਾਰ ਕੁਮੌਤ ਤੂੰ ਰਨ ਫਲ ਹੇਰਾ. ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਕੁਮੌਤ ਬਹੁਤ ਮੰਦੀ ਮੌਤ ਹੋਵੇਗੀ ਤੇਰੀ ਚੰਦੂ ਪਾਪੀਆ. ਮਹਾਰਾਜ ਜੀ says, ਚੰਦੂ, by committing this sin you are only reserving a place for yourself in the worst of hell. Oh Chandu, you think you are burning me, but it is you who is burning day and night. ਹਾਂਜੀ. ਹਮ ਤੋ ਤਿਆਗਨ ਹੈ ਸਰੀਰ. ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਅਸੀਂ ਤਾਂ ਆਪਣਾ ਸਰੀਰ ਛੱਡਣ ਵਾਸਤੇ ਇਸ ਥਾਂ ਤੇ ਆਏ. ਮਹਾਰਾਜ ਜੀ says, I have come here to give up my body. I have come here to give up myself. this ਸਰੀਰ, ਇਸ ਨੂੰ ਕੁਰਬਾਨ ਕਰਨ ਵਾਸਤੇ ਆਏ ਹਾਂ. ਸਮਾਂ ਆਨ ਪਹੁੰਚਿਓ ਅਤ ਤੀਰ. ਮਹਾਰਾਜ ਜੀ ਕਹਿੰਦੇ, ਸਮਾਂ ਨੇੜੇ ਆ ਗਿਆ ਹੈ, ਇਸ ਸਰੀਰ ਦਾ ਠੀਕਰਾ ਵੀ ਆਪਾਂ ਭੰਨ ਦੇਣਾ ਹੈ. ਵਚਨ ਕੀਤੇ ਤੇ ਉਸ ਵੇਲੇ ਗੁਰੂ ਕੇ ਪਿਆਰਿਓ, ਤਪਦੇ ਹੋਏ ਰੇਤੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਚਰਨ ਕਮਲ ਰੱਖੇ ਨੇ. ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਚਰਨ ਕਮਲ ਜਿਹੜੇ ਕਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਫੁੱਲਾਂ ਦੀਆਂ ਸੇਜਾਂ ਤੇ ਮਹਾਰਾਜ ਜੀ ਬਿਰਾਜਮਾਨ ਹੁੰਦੇ ਸੀ, ਅੱਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸੱਜਾ ਚਰਨ ਕਮਲ ਉਸ ਤਪਦੇ ਹੋਏ ਰੇਤੇ ਤੇ ਰੱਖਿਆ. Today, right now, in your mind's eye, see, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ has lifted their right foot, which is like a lotus flower, their ਚਰਨ ਕਮਲ, and they have laid their foot down upon the burning hot sand. ਤੱਤੇ ਉਸ ਤਪਦੇ ਹੋਏ ਰੇਤੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਚਰਨ ਕਮਲ ਟਿਕਾਇਆ ਹੈ ਜੀ. ਰੇਤ ਹੁਤਾਸਨ ਸਮ ਪਰ ਖਰੇ. ਜਿਹੜੀ ਰੇਤੇ ਸੀ ਉਹ ਰੇਤਾ ਉਹ ਅੱਗ ਵਾਂਗੂ ਲਾਲ ਹੋ ਗਿਆ ਸੀ, ਤਪਦਾ ਪਿਆ ਸੀ. The sand was burning hot red. ਹਾਂਜੀ. ਸਿੱਖ ਲੰਗਾਹੋ ਪਿਰਾਣਾ ਦੌਨ. ਜਦੋਂ ਦੋ ਸਿੱਖ ਖੜੇ ਸੀ ਉੱਥੇ, ਇੱਕ ਭਾਈ ਲੰਗਾ ਜੀ ਤੇ ਇੱਕ ਭਾਈ ਪਿਰਾਣਾ ਜੀ. ਇਹਨਾਂ ਦੋ ਸਿੱਖਾਂ ਨੇ ਜਦੋਂ ਵੇਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤਪਦੇ ਹੋਏ ਰੇਤੇ ਉੱਤੇ ਅਡੋਲ ਖੜੇ ਨੇ, ਦੋਵਾਂ ਸਿੱਖਾਂ ਕੋਲੋਂ ਰਿਹਾ ਨਹੀਂ ਗਿਆ, ਦੌੜ ਕੇ ਸਾਹਮਣੇ ਨੂੰ ਆਏ. ਇੱਕ ਪਾਸੇ ਭਾਈ ਪਿਰਾਣਾ, ਇੱਕ ਪਾਸੇ ਭਾਈ ਲੰਗਾ. Imagine that time Guru Arjan Dev Ji, our fifth Guru, has now stepped upon the burning hot sand. Pai Langa and Pai Pirana, they are running forwards. They cannot contain themselves. ਸੱਚੇ ਪਾਤਸ਼ਾਹ ਜੀ ਮਹਾਰਾਜ ਵੱਲ ਭੱਜੇ ਆਉਂਦੇ ਨੇ ਸਿੱਖ. ਇੱਕ ਵਾਰੀ ਦੌੜੇ ਮਨ ਭਾਉਨ. ਇੱਕ ਵਾਰੀ ਉਹ ਦੋਵਾਂ ਦਾ ਮਨ ਜਿਹੜਾ ਉਹ ਰਿਹਾ ਨਹੀਂ ਗਿਆ, ਉਹ ਦੌੜੇ ਨੇ ਸੱਚੇ ਪਾਤਸ਼ਾਹ ਜੀ ਦੇ ਵੱਲ. ਤਪਤ ਰੇਤ ਪਰ ਹਮ ਤਨ ਪਰੇ. ਉਸ ਵੇਲੇ ਉੱਚੀ ਧਣੀ ਦੋਵੇਂ ਸਿੱਖ ਬੇਨਤੀਆਂ ਕਰਦੇ ਨੇ, ਕਹਿੰਦੇ ਸੱਚੇ ਪਾਤਸ਼ਾਹ, ਅਸੀਂ ਆਪਣਾ ਸਰੀਰ ਇਸ ਰੇਤੇ ਉੱਤੇ ਨਿਸ਼ਾਵਰ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਇਸ ਰੇਤੇ ਉੱਤੇ ਰੱਖਦੇ ਹਾਂ. Both of the Sikhs say, Maharaj, we cannot see you standing upon the burning hot sand,
let us give our bodies, ਅਸੀਂ ਆਪਣੇ ਸਰੀਰ ਵਾਰ ਦਈਏ। ਸੁਖ ਸੋ ਹੋਏ ਗੁਰ ਉਪਰ ਖਰੇ। ਕਹਿੰਦੇ ਸੱਚੇ ਪਾਤਸ਼ਾਹ ਅਸੀਂ ਇਸ ਰੇਤੇ ਉੱਤੇ ਲੰਮੇ ਪੈ ਜਾਈਏ ਤੇ ਆਪ ਜੀ ਸਾਡੇ ਸਰੀਰ ਉੱਤੇ ਖੜੇ ਹੋ। ਕਹਿੰਦੇ ਨੇ ਮਹਾਰਾਜ, they say let us lie down upon this burning hot sand, and ਸੱਚੇ ਪਾਤਸ਼ਾਹ ਜੀ you stand on top of our bodies। ਮਹਾਰਾਜ ਆਪ ਜੀ ਕਿਰਪਾ ਕਰੋ, ਅਸੀਂ ਦੋਵੇਂ ਸਿੱਖ, ਇੱਕ ਪਾਸੇ ਲੰਗਾ ਇੱਕ ਪਾਸੇ ਭਾਈ ਪ੍ਰਾਣਾ। ਭਾਈ ਲੰਗਾ ਕਹਿੰਦਾ ਇੱਕ ਚਰਨ ਮੇਰੇ ਉੱਤੇ ਟਿਕਾ ਦਿਓ, ਇੱਕ ਚਰਨ ਭਾਈ ਪ੍ਰਾਣਾ ਜੀ ਕਹਿੰਦੇ ਮੇਰੇ ਉੱਤੇ ਟਿਕਾ ਦਿਓ। ਆਪ ਜੀ ਇਸ ਤਪਦੇ ਹੋਏ ਰੇਤੇ ਉੱਤੇ ਖੜੇ ਨਾ ਹੋਵੋ। ਇਨ ਕਾਰਨ ਨਿਕਸਹਿ ਜੇ ਪ੍ਰਾਨ। ਕਹਿੰਦੇ ਜੇ ਆਪ ਜੀ ਦੀ ਸੇਵਾ ਵਿੱਚ ਸਾਡੀ ਜਿੰਦ ਵੀ ਨਿਕਲ ਜਾਏ ਤੋ ਹਮ ਹੋਵੇ ਧਨ ਮਹਾਨ। ਤਾਂ ਵੀ ਅਸੀਂ ਧੰਨਤਾ ਦੇ ਯੋਗ ਹੋਵਾਂਗੇ। ਮੈਂ ਇਨ ਕੋ ਦੁਖ ਦੇਖਨ ਕਰਾਂ। ਅਸੀਂ ਆਪ ਜੀ ਦਾ ਦੁੱਖ ਨਹੀਂ ਦੇਖ ਸਕਦੇ। ਭਾਈ ਪ੍ਰਾਣਾ ਭਾਈ ਲੰਗਾ ਜੀ ਕਹਿੰਦੇ ਮਹਾਰਾਜ we cannot see this pain going onto your body। ਹਾਂਜੀ ਆਛੀ ਬਾਤ ਦੇਹ ਪਰ ਹਰੈ। ਇਹ ਚੰਗੀ ਗੱਲ ਹੈ ਜੇ ਅਸੀਂ ਆਪਣਾ ਸਰੀਰ ਵਾਰ ਦਈਏ। ਫੇਰਤ ਚੰਦੂ ਸਿਪਾਹੀ ਪ੍ਰੇਰੇ। ਉਸ ਵੇਲੇ ਚੰਦੂ ਨੇ ਵੇਖਿਆ ਸਿਪਾਹੀਆਂ ਵੱਲ, ਤੇ ਸਿਪਾਹੀਆਂ ਵੱਲ ਵੇਖਦਿਆਂ ਸਾਰ ਉਹਨਾਂ ਨੂੰ ਆਖਿਆ ਕਿ ਆਹ ਕੰਮ ਕਰੋ। ਲੈ ਲਸ਼ਟਕਾ ਧਾਇ ਕਨੇਰੇ। ਤੇ ਉਹਨਾਂ ਵੱਲ ਜਦੋਂ ਇਸ਼ਾਰਾ ਕੀਤਾ ਨਾ ਚੰਦੂ ਨੇ, ਉਸ ਵੇਲੇ ਉਹਨਾਂ ਸਿਪਾਹੀਆਂ ਨੇ ਹੱਥ ਦੇ ਵਿੱਚ ਸੋਟੇ ਫੜ ਲਏ। When Chandu gives the order, the Shipais, the soldiers, they grab sticks in their hands. They start running towards Bhai Pirana, Bhai Langa ji. ਹਾਥਨ ਪਰ ਪੈਰਨ ਪਰ ਮਾਰ। ਇਹਨਾਂ ਸਿੱਖਾਂ ਦੇ ਹੱਥਾਂ ਉੱਤੇ ਇਹਨਾਂ ਨੇ ਉਹ ਜਿਹੜੇ ਹੱਥ ਵਿੱਚ ਡਾਂਗਾ ਫੜੀਆਂ ਸਨ ਉਹ ਮਾਰੀਆਂ। ਇਹਨਾਂ ਦੇ ਪੈਰਾਂ ਉੱਤੇ ਡਾਂਗਾ ਮਾਰੀਆਂ ਗੁਰਸਿੱਖਾਂ ਦੇ। ਕਹਿ ਕਰ ਮੋਰੇ ਬਹੁ ਬਲ ਧਾਰ। ਫਿਰ ਉਹਨਾਂ ਨੂੰ ਫੜ ਕੇ ਪਿਛਾਂਹ ਨੂੰ ਮੋੜਦੇ ਆ ਜਿਹੜੇ ਸਿਪਾਹੀ ਨੇ ਚੰਦੂ ਦੇ। ਚੰਦੂ soldiers are pushing these six ਭਾਈ ਲੰਗਾ and ਭਾਈ ਪ੍ਰਾਣਾ ਜੀ back। ਹਾਂਜੀ ਸ੍ਰੀ ਗੁਰ ਕਹੇ ਵਰਜਨਾ ਘਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਇਹਨਾਂ ਨੂੰ ਵਰਜਿਆ ਹੈ ਸਿੱਖਾਂ ਨੂੰ। ਕਿਉ ਤੁਮ ਆਵਤ ਹੋ ਇਸ ਮਨੇ। ਆਪ ਜੀ ਕਿਉਂ ਕ੍ਰੋਧਿਤ ਹੋ ਕੇ ਭੱਜ ਕੇ ਆ ਰਹੇ ਹੋ? ਸਿੱਖਾਂ ਨੂੰ ਆਖਿਆ ਤੁਸੀਂ ਸ਼ਾਂਤ ਰਹਿਣਾ ਕਰੋ। ਬੈਠੇ ਰਹੋ ਖਾਤ ਕਿਉ ਮਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਬੈਠ ਜਾਓ, ਤੁਸੀਂ ਚੌਂਕੜੇ ਮਾਰ ਕੇ ਅਡੋਲ ਹੋ ਜਾਓ, ਪਰਮੇਸ਼ਰ ਦਾ ਭਜਨ ਕਰੋ, ਤੁਸੀਂ ਮਾਰ ਕਿਉਂ ਖਾਂਦੇ ਹੋ? ਮਹਾਰਾਜ themselves when they see their Sikhs, ਦੇਖੋ ਇਹ ਪਿਆਰ ਦੀ ਖੇਡ ਹੁੰਦੀ ਆ ਪਿਆਰਿਓ। ਸਿੱਖ ਜਿਹੜੇ ਆ ਉਹ ਗੁਰੂ ਉੱਤੇ ਕਸ਼ਟ ਹੁੰਦਾ ਵੇਖਿਆ ਉਹ ਸਹਾਰਿਆ ਨਹੀਂ ਜਾਂਦਾ, ਪਰ ਗੁਰੂ ਸੱਚੇ ਪਾਤਸ਼ਾਹ ਜੀ ਦਾ ਦਿਲ ਦੇਖੋ, ਸੱਚੇ ਪਾਤਸ਼ਾਹ ਜੀ ਦਾ ਹਿਰਦਾ ਤੱਕੋ। ਸੱਚੇ ਪਾਤਸ਼ਾਹ ਮਹਾਰਾਜ ਕੋਲੋਂ ਆਪਣੇ ਸਿੱਖਾਂ ਉੱਤੇ ਡਾਂਗਾ ਪੈਂਦੀਆਂ ਨਹੀਂ ਵੇਖ ਹੁੰਦੀ। ਕਹਿੰਦੇ ਸਿੱਖੋ ਤੁਸੀਂ ਬੈਠ ਜਾਓ, ਇਹਨਾਂ ਕੋਲੋਂ ਮਾਰ ਨਾ ਖਾਓ। ਸੱਚੇ ਪਾਤਸ਼ਾਹ ਜੀ ਮਹਾਰਾਜ says sit down and watch what is going to happen, do not run towards me। ਇਹ ਸਭ ਖੇਲ ਹੈ ਪਰਮੇਸ਼ਰ ਜੀ ਦਾ। ਇਹ ਸਭ ਹਵਾ ਹਮਰੇ ਅਨੁਸਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪ੍ਰਾਣਿਆ ਭਾਈ ਲੰਗਾ ਇਹ ਨਾ ਸਮਝੋ ਕਿ ਸਾਡੇ ਹੁਕਮ ਤੋਂ ਬਾਹਰ ਕੁਝ ਹੋ ਰਿਹਾ ਆ। ਭਾਈ ਪ੍ਰਾਣੇ ਨੂੰ ਕਹਿੰਦੇ ਭਾਈ ਲੰਗਾ ਨੂੰ ਕਹਿੰਦੇ ਜੋ ਹੋ ਰਿਹਾ ਨਾ ਪਰਮੇਸ਼ਰ ਦੇ ਹੁਕਮ 'ਚ ਹੋ ਰਿਹਾ ਆ, ਪਰਮੇਸ਼ਰ ਦੇ ਭਾਣੇ 'ਚ ਹੋ ਰਿਹਾ ਆ, ਪਰਮੇਸ਼ਰ ਦੀ ਖੇਡ ਹੈ। At that time Guru Arjan Dev Ji Maharaj says Bhai Pirana, Bhai Langa, everything you are seeing with your eyes, this is all the play of God, this is all the game of God। ਸਭ ਕੁਝ ਰੱਬ ਦੇ ਹੁਕਮ 'ਚ ਹੋ ਰਿਹਾ ਹੈ। ਕਹੈ ਪ੍ਰਾਣਾ ਰਹਿਓ ਨ ਜਾਏ। ਉਸ ਵੇਲੇ ਭਾਈ ਪ੍ਰਾਣਾ ਜੀ ਨੇ ਹੱਥ ਜੋੜੇ, ਕਹਿੰਦੇ ਸੱਚੇ ਪਾਤਸ਼ਾਹ ਸਾਡੇ ਕੋਲ ਰਿਹਾ ਨਹੀਂ ਜਾਂਦਾ ਹੈ। ਤੁਮਰੋ ਦੁੱਖ ਨਹਿ ਦੇਖ ਸਕਾਏ। ਆਪ ਜੀ ਦਾ ਦੁੱਖ ਅਸੀਂ ਦੇਖ ਨਹੀਂ ਸਕਦੇ ਦੋਵੇਂ ਸਿੱਖ। ਆਪਣੇ ਪ੍ਰਾਨ ਦੇਨ ਅਭਿਲਾਖੈ। ਅਸੀਂ ਆਪਣੇ ਸਰੀਰ ਨੂੰ ਛੱਡ ਦਿਆਂਗੇ, ਅਸੀਂ ਆਪਣੇ ਪ੍ਰਾਣ ਤਿਆਗ ਸਕਦੇ ਹਾਂ, ਰਾਵਰ ਕੇ ਸਰੀਰ ਕੋ ਰਾਖੈ। ਪਰ ਆਪ ਜੀ ਦੇ ਸਰੀਰ ਨੂੰ ਕਸ਼ਟ ਹੁੰਦਿਆਂ ਵੇਖ ਨਹੀਂ ਸਕਦੇ। ਆਪ ਜੀ ਕਿਰਪਾ ਕਰੋ ਸਾਨੂੰ ਹੁਕਮ ਦੇ ਦਿਓ। ਕਹਿਓ ਗੁਰੂ ਐਮ ਕੀ ਜਹ ਤਬੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪ੍ਰਾਣਿਆ ਭਾਈ ਲੰਗਾ ਇਹ ਤਾਂ ਹੀ ਹੋ ਸਕਦਾ ਹੈ ਹਮਰੀ ਆਇਸ ਹੋਵਹਿ ਜਬੈ। ਜੇ ਸਾਡਾ ਹੁਕਮ ਤੁਹਾਨੂੰ ਹੋਵੇ। ਅਬ ਹਮਰਾ ਇਹ ਖੇਲ ਪਸਾਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਾਰਾ ਸਾਡਾ ਖੇਲ ਹੋ ਰਿਹਾ ਆ, ਇਹ ਜਗਤ ਤਮਾਸ਼ਾ ਰੂਪ ਹੋ ਰਿਹਾ ਆ। ਐਵਰੀਥਿੰਗ ਯੂ ਸੀ ਲੰਗਾ ਪ੍ਰਾਣਿਆ ਇਹ ਸਭ ਕੁਝ ਸਾਡੇ ਹੁਕਮ ਵਿੱਚ ਹੋ ਰਿਹਾ ਹੈ। ਜੋ ਦੇਖਦੇ ਹੋ ਇਹ ਸਭ ਸਾਡੇ ਹੁਕਮ ਵਿੱਚ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ says everything you see, everything that is happening here is all happening in my command, in my ਹੁਕਮ। ਹਾਂਜੀ ਬੈਠੇ ਪਿਖੋ ਹੋਏ ਜਿਮਸਾਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਜੀ ਅਡੋਲ ਹੋ ਕੇ ਬੈਠੋ ਕੀ ਹੋ ਰਿਹਾ ਹੈ। ਉਹਨੇ ਦੁਸ਼ਟ ਨੇ ਕਹੇ ਬਿਠਵਾਏ। ਫਿਰ ਪਿਆਰਿਓ ਉਸ ਵੇਲੇ
ਚੰਦੂ ਪਾਪੀ ਨੇ ਸੱਚੇ ਪਾਤਸ਼ਾਹ ਜੀ ਖੜੇ ਸੀ ਉਸ ਤਪਦੇ ਹੋਏ ਰੇਤੇ ਉੱਤੇ। ਚੰਦੂ ਪਾਪੀ ਨੇ ਆਰਡਰ ਦਿੱਤਾ ਕਿ ਸੱਚੇ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਬਿਰਾਜਮਾਨ ਹੋ ਜਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਵੇਲੇ ਚੌਂਕੜਾ ਮਾਰਿਆ ਹੈ ਤਪਦੀ ਹੋਈ ਰੇਤ ਉੱਤੇ। ਲਾਲ ਜਿਹੜੀ ਰੇਤ ਆ ਉਹ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੀਰ ਨੂੰ ਛੋਹ ਰਹੀ ਹੈ। all around Guru Sahib there is red burning hot sand. Chandu gives the order, Guru Sahib must sit down upon the burning hot sand. ਸੱਚੇ ਪਾਤਸ਼ਾਹ ਜੀ ਮਹਾਰਾਜ ਚੌਂਕੜਾ ਮਾਰ ਕੇ ਅਡੋਲ ਪ੍ਰਭ ਕੈ ਸਿਮਰਨ ਨਿਹਚਲ ਆਸਨ। ਇਹ ਸਵੇਰ ਦੀ ਕਥਾ ਜਿਹੜੀ ਸੁਖਮਨੀ ਸਾਹਿਬ ਦੀ ਚੱਲਦੀ ਆ, ਕੱਲ ਦੇ ਇਹ ਪ੍ਰਸੰਗ ਵਿੱਚ ਕੱਲ ਦੀ ਕਥਾ 'ਚ ਆਉਣਾ ਆ ਕਿ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਆ ਉਹਨਾਂ ਦਾ ਆਸਨ ਅਡੋਲ ਹੁੰਦਾ ਆ। ਮੈਂ ਬੇਨਤੀ ਕਰਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਆਸਨ ਤਾਂ ਤਪਦੇ ਹੋਏ ਰੇਤ ਉੱਤੇ ਵੀ ਅਡੋਲ ਹੈ, ਕਿਉਂਕਿ ਪ੍ਰਭ ਕਾ ਸਿਮਰਨ ਅੰਦਰ ਵਸਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਲ ਹੋ ਕੇ ਤਪਦੇ ਹੋਏ ਭੁੱਜਦੇ ਹੋਏ ਰੇਤੇ ਉੱਤੇ ਚੌਂਕੜਾ ਮਾਰਦੇ ਨੇ। Maharaj is now sitting down. Imagine there is all red sand. The sand is burning hot. You can see the heat rising up. Remember when you see in India, if you see in a film, you can see the heat rising up. Imagine it's that hot. You can see the heat rising up from the sand, and in the middle of that red hot sand, Dhan Guru Arjan Dev Ji is sitting with their legs crossed. Sache Paatshah Ji ਉਸ ਤਪਦੇ ਹੋਏ ਸੂਹੇ ਲਾਲ ਰੇਤੇ ਦੇ ਵਿੱਚ ਆਪ ਬਿਰਾਜਮਾਨ ਹੋ ਰਹੇ ਹਨ। ਫਿਰ ਸਤਿਗੁਰ ਕੁਛ ਖੇਦ ਨਾ ਪਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕਦਮ ਅਡੋਲ ਬੈਠੇ ਆ। ਕੋਈ ਵੀ ਦੁੱਖ ਸੱਚੇ ਪਾਤਸ਼ਾਹ ਜੀ ਮਹਾਰਾਜ ਤੱਕ ਪਹੁੰਚਦਾ ਨਹੀਂ ਹੈ। ਜੋਤ ਹੈ ਲੋਕ ਰਚੇ ਜਿਨ ਕੇਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਨਿਰੰਜਨੀ ਜੋਤ ਹੈ। ਧੰਨ ਗੁਰੂ ਅਰਜਨ ਦੇਵ ਜੀ is that light of God which created all of the 14 worlds। ਜਿਸ ਨਿਰੰਜਨੀ ਜੋਤ ਨੇ 14 ਲੋਕਾਂ ਨੂੰ ਬਣਾਇਆ, ਉਹ ਨਿਰੰਜਨੀ ਜੋਤ ਧੰਨ ਗੁਰੂ ਅਰਜਨ ਦੇਵ ਜੀ ਦੇ ਅੰਦਰ ਹੈ। That light of the whole world is sitting inside ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤੇਜ ਹੁਤਾਸਨ ਹੋਏ ਕਿਮ ਨੇਰੇ। ਕਹਿੰਦੇ ਨੇ ਕਵੀ ਜੀ ਕਹਿੰਦੇ ਨੇ ਭਾਵੇਂ ਜਿਤਨੀ ਮਰਜ਼ੀ ਇਹ ਅੱਗ ਗਰਮ ਕਰੀ ਜਾਣ, ਪਰ ਸੱਚੀ ਗੱਲ ਹੈ ਗੁਰੂ ਸਾਹਿਬ ਜੀ ਨੂੰ ਪੀੜਾ ਕੋਈ ਨਹੀਂ ਲੱਗਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਲ ਬੈਠੇ ਆ। ਸੱਚੇ ਪਾਤਸ਼ਾਹ ਜੀ ਦੇ ਆਸਣ ਨੂੰ ਦੁਨੀਆ ਦਾ ਕੋਈ ਵੀ ਮਨੁੱਖ ਡਲਾ ਨਹੀਂ ਸਕਦਾ। There is no one born on this earth who can change the posture of ਧੰਨ ਗੁਰੂ ਅਰਜਨ ਦੇਵ ਜੀ। Maharaj is sitting there amongst the burning hot sand, not moving an inch. ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਲ ਚੌਂਕੜਾ ਮਾਰ ਕੇ ਬੈਠੇ ਹਨ। ਤਪਤ ਰੇਤ ਪਰ ਨਿਸ਼ਚਲ ਬੈਸੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਆਸਨ ਅਡੋਲ ਹੈ ਇਸ ਤਪਦੇ ਹੋਏ ਰੇਤੇ ਤੇ। ਸੁਖ ਤੇ ਮ੍ਰਿਦ ਆਸਨ ਪਰ ਜੈਸੇ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਇੱਕ ਪੋਲੇ ਇੱਕ ਬੜੇ ਸੋਹਣੇ ਫੁੱਲਾਂ ਵਾਲੀ ਸੇਜ ਤੇ ਬਿਰਾਜ ਰਹੇ ਹਨ। ਇਤ ਉਤ ਅੰਗ ਨਹੀਂ ਡੁਲਿਅੰਤੇ। ਸੱਚੇ ਪਾਤਸ਼ਾਹ ਜੀ ਦਾ ਇੱਕ ਵੀ ਅੰਗ ਜਿਹੜਾ ਆ ਉਹ ਡੋਲਦਾ ਨਹੀਂ। ਸੱਚੇ ਪਾਤਸ਼ਾਹ ਜੀ ਦਾ ਇੱਕ ਵੀ ਅੰਗ ਜਿਹੜਾ ਫਰਕਦਾ ਨਹੀਂ। Not even one body part of Guru Arjan Dev Ji is moving upon the boiling hot sand। ਹਾਂਜੀ ਭਏ ਮੌਨ ਕੁਛ ਨਹੀਂ ਕਹੰਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਲ ਚੁੱਪ ਹੋ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਰੰਕਾਰ ਦੀ ਯਾਦ ਦੇ ਵਿੱਚ ਉਸ ਰੇਤੇ ਉੱਤੇ ਇਸ ਤਰ੍ਹਾਂ ਬਿਰਾਜ ਰਹੇ ਨੇ ਜਿਵੇਂ ਅੰਮ੍ਰਿਤਸਰ ਸਾਹਿਬ ਗੁਰਗੱਦੀ ਉੱਤੇ ਬਿਰਾਜਮਾਨ ਹੁੰਦੇ ਸਨ। ਕਹਿਓ ਦੁਸ਼ਟ ਪੁੰਨ ਕਰਛੇ ਲੈ ਕੇ। ਉਸ ਵੇਲੇ ਚੰਦੂ ਨੇ ਆਖਿਆ ਕੜਛੇ ਫੜ ਲਓ। ਆਪਣੇ ਨੌਕਰਾਂ ਨੂੰ ਕਿਹਾ ਕੜਛੇ ਫੜ ਲਓ ਹੱਥਾਂ ਦੇ ਵਿੱਚ। At that time when Guru Arjan Dev Ji is sitting upon burning hot sand, like it is an asan, like it is a seat made out of silk, Chandu says, go and get big kadshe jaake le aao। ਤਪਤ ਰੇਤ ਦੇਹ ਉੱਪਰ ਪੈ ਕੇ। ਫਿਰ ਇਸ ਪਾਪੀ ਨੇ ਆਖਿਆ ਜੇ ਇਸ ਤਪਦੀ ਹੋਈ ਰੇਤ ਉੱਤੇ ਬੈਠ ਕੇ ਕੋਈ ਦੁੱਖ ਨਹੀਂ ਹੁੰਦਾ ਨਾ, ਫਿਰ ਇਹਨਾਂ ਦੇ ਸੀਸ ਵਿੱਚ ਇਹਨਾਂ ਦੇ ਕੇਸਾਂ ਦੇ ਵਿੱਚ ਜਿਹੜਾ ਤਪਦਾ ਹੋਇਆ ਰੇਤਾ ਪਾਵੋ। ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੀਸ ਦੇ ਵਿੱਚ ਇਹ ਪਾਪੀ ਜਿਹੜੇ ਆ ਭਰ ਭਰ ਕੇ ਕੜਛੇ ਪਾ ਰਹੇ ਨੇ ਤੱਤੀ ਰੇਤ ਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਰੇ ਸਰੀਰ ਦੇ ਉੱਤੇ ਲਾਲ ਰੰਗ ਹੋ ਗਿਆ ਹੈ। ਸਾਰੇ ਪਾਸੇ ਧੰਨ ਗੁਰੂ ਅਰਜਨ ਦੇਵ ਜੀ ਦੇ ਮਸਤਕ ਤੋਂ ਲੈ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਾਰਾ ਸਰੀਰ ਜਿਹੜਾ ਆ ਉਹ ਤਪਦੇ ਹੋਏ ਰੇਤੇ ਨਾਲ ਭਰਿਆ ਗਿਆ ਹੈ। ਮਹਾਰਾਜ ਜੀ ਦਾ ਆਸਣ ਵੀ ਲਾਲ ਤਪਦੇ ਹੋਏ ਰੇਤੇ ਤੇ। ਸੱਚੇ ਪਾਤਸ਼ਾਹ ਜੀ ਦੇ ਕੇਸਾਂ ਵਿੱਚ ਵੀ ਤਪਦਾ ਹੋਇਆ ਰੇਤਾ। ਸੱਚੇ ਪਾਤਸ਼ਾਹ ਜੀ ਦੇ ਸਾਰੇ ਸਰੀਰ ਉੱਤੇ ਇਹ ਤਪਦੇ ਹੋਏ ਰੇਤ ਨੂੰ ਵਿਛਾਇਆ ਹੈ। ਪਾਪੀਆਂ ਨੇ ਭਰ ਭਰ ਕੇ ਕੜਛੇ ਪਾ ਰਹੇ ਹਨ। ਮਹਾਰਾਜ ਜੀ sitting there with their eyes closed। At that time Chandu says,
stop pouring burning hot sand into the case, into the hair of Guru Arjan Dev Ji. Imagine Sache Paatshah Ji sitting there. Underneath them there is red hot sand. And now Chandu is getting red hot sand put into the case, into the hair of Sache Paatshah. Their whole body is being filled with this sand. ਸਾਰੇ ਸ਼ਰੀਰ ਉੱਤੇ ਤਪਦਾ ਹੋਇਆ ਰੇਤਾ ਪਾ ਰਹੇ ਨੇ ਪਾਪੀ। ਨਹਿ ਬੋਲਤ ਨਹਿ ਮਾਨਤ ਨਾਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਬੋਲਦੇ ਨਹੀਂ, ਚੰਦੂ ਕਹਿ ਰਿਹਾ ਤੁਸੀਂ ਮੰਨ ਜਾਓ, ਆਪਣਾ ਧਰਮ ਛੱਡ ਦਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਦਲ ਦਿਓ, ਮੇਰੀ ਧੀ ਦਾ ਸਾਕ ਕਬੂਲ ਕਰੋ। ਮਹਾਰਾਜ ਜੀ ਬੋਲਦੇ ਨਹੀਂ, ਅਡੋਲ ਸਾਬਰ ਸਿਦਕ ਸ਼ਹੀਦ ਭਰਮ ਪਾਉ ਖੋਵਣਾ, ਆਪਣੇ ਸਿਦਕ ਨੂੰ ਡੋਲਣ ਨਹੀਂ ਦਿੰਦੇ ਧੰਨ ਗੁਰੂ ਅਰਜਨ ਦੇਵ ਜੀ। ਇਸਕੇ ਗਾਤ ਲਗਹਿ ਨਹਿ ਤਾਤਾ। ਉਸ ਵੇਲੇ ਚੰਦੂ ਨੇ ਆਖਿਆ ਇਹਨੇ ਦੇ ਸਰੀਰ ਨੂੰ ਕੋਈ ਤਪਸ਼ ਲੱਗਦੀ ਨਹੀਂ ਹੈ। ਭਰ ਕਰ ਛੇ ਤਬ ਉਪਰ ਪਾਏ। ਫਿਰ ਆਖਿਆ ਭਰ ਭਰ ਕੇ ਕੜਛੇ ਪਾਓ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੀਸ ਦੇ ਵਿੱਚ। ਚੰਦੂ is saying again and again, put the ਕੜਛੇ into Guru Arjan Dev Ji's head, pour as much of the sand as you can into their case। ਹਾਂਜੀ ਨਹਿ ਕੁਛ ਕਹਿਓ ਨਾ ਅੰਗ ਡੁਲਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਬੋਲਦੇ ਨਹੀਂ, ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇੱਕ ਵੀ ਸਰੀਰ ਦਾ ਅੰਗ ਕੰਬਿਆ ਨਹੀਂ, ਮੁਰਝਾਇਆ ਨਹੀਂ, ਡੋਲਿਆ ਨਹੀਂ। ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਨੇ ਨਿਸ਼ਚਲ ਆਸਣ ਦੇ ਵਿੱਚ। ਤੋ ਦਿਸਤੇਤਾ ਤੋ ਅਤਬਾਰੂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਥੱਲਿਓਂ ਵੀ ਰੇਤਾ ਤਪਦਾ ਪਿਆ, ਲਾਲ ਹੋ ਗਿਆ ਹੈ, ਸੀਸ ਦੇ ਵਿੱਚ ਵੀ ਲਾਲ ਕੜਛੇ ਜਿਹੜੇ ਰੇਤੇ ਦੇ ਭਰੇ ਜਾ ਰਿਹਾ। ਮਹਾਰਾਜ ਜੀ ਡੋਲਦੇ ਨਹੀਂ, ਭਾਵੇਂ ਦੋਵਾਂ ਪਾਸਿਆਂ ਤੋਂ ਇਹ ਤਪਦਾ ਹੋਇਆ ਰੇਤਾ ਜਿਹੜਾ ਇਹਦੇ ਨਾਲ ਤਸੀਹੇ ਦਿੰਦੇ ਆ। there is red hot sand boiling under ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। there is red hot sand boiling through their case, through their head, through all over their body। ਸੱਚੇ ਪਾਤਸ਼ਾਹ ਜੀ ਡੋਲਦੇ ਨਹੀਂ ਹਨ। ਪਰ ਸਰੀਰ ਪਰ ਬਹੁ ਦੁਖ ਕਾਰੂ। ਸਰੀਰ ਦੇ ਉੱਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਖੇਲ ਵਰਤਾਉਣ ਲੱਗੇ ਨੇ। ਮਹਾਰਾਜ ਜੀ ਇਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਦੁੱਖ ਜਣਾ ਰਹੇ ਆ, ਭਾਵੇਂ ਦੁੱਖ ਵਿੱਚ ਨਹੀਂ ਮਹਾਰਾਜ, ਪਰ ਸਰੀਰ ਦਾ ਜਿਹੜਾ ਧਰਮ ਆ ਨਾ, ਸਰੀਰ ਦੇ ਉੱਤੇ ਛਾਲੇ ਪੈਣ ਵਾਲੇ ਹਨ। ਨਿਜ ਇੱਛਾ ਕਰ ਗਾਤ ਸਮੂਹੇ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਹੁਕਮ ਦੇ ਵਿੱਚ ਤਾਂ ਪੱਤਾ ਪੱਤਾ ਆ, ਮਹਾਰਾਜ ਜੀ ਦੇ ਹੁਕਮ ਦੇ ਵਿੱਚ ਤਾਂ ਪਵਨ ਆ, ਮਹਾਰਾਜ ਜੀ ਦੇ ਹੁਕਮ ਦੇ ਵਿੱਚ ਤਾਂ 9 ਖੰਡ ਪ੍ਰਿਥਵੀ ਆ, ਮਹਾਰਾਜ ਜੀ ਦੇ ਹੁਕਮ ਦੇ ਵਿੱਚ ਤਾਂ ਪਾਤਾਲਾਂ ਪਾਤਾਲ ਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਮਹਾਰਾਜ ਜੀ ਦੀ ਇੱਛਾ ਅਨੁਸਾਰ ਫਿਰ ਕੀ ਹੋਇਆ। ਸਤਿਗੁਰ ਕਹਿ ਤਬ ਪਰੇ ਫਲੂਹੇ। ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਰੇ ਸਰੀਰ ਉੱਤੇ ਲਾਲ ਛਾਲੇ ਹੋ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਵੀ ਅਡੋਲ ਬੈਠੇ ਨੇ। ਸਾਰਾ ਸਰੀਰ ਜਿਹੜਾ ਸੀਸ ਤੋਂ ਲੈ ਕੇ ਚਰਨਾਂ ਤੱਕ ਭਰਿਆ ਗਿਆ ਹੈ। ਸਾਰੇ ਇੱਕ ਇੱਕ ਸਰੀਰ ਦੇ ਅੰਗ ਉੱਤੇ ਇਹ ਲਾਲ ਛਾਲੇ ਜਿਹੜੇ ਆ, ਜਿਨ੍ਹਾਂ ਵਿੱਚੋਂ ਖੂਨ ਰਿਸਦਾ ਆ, ਉਹ ਲਾਲ ਛਾਲੇ ਪ੍ਰਗਟ ਹੋ ਗਏ ਆ। all over Guru Arjan Dev Ji's body there are red ulcers all the way from the tip of their head all the way down to their toes। ਸੱਚੇ ਪਾਤਸ਼ਾਹ ਜੀ ਦੇ ਸਾਰੇ ਸਰੀਰ ਉੱਤੇ ਛਾਲੇ ਪੈ ਗਏ ਹਨ। ਅਜਮਤ ਨਹ ਜਾਣੈ ਦੁਰਚਾਰੀ। ਸੱਚੇ ਪਾਤਸ਼ਾਹ ਜੀ ਦੇ ਅੰਦਰ ਦੀ ਜਿਹੜੀ ਰਹੱਸ ਆ, ਸੱਚੇ ਪਾਤਸ਼ਾਹ ਜੀ ਦੇ ਅੰਦਰ ਜੋ ਰੂਹਾਨੀ ਸ਼ਕਤੀ ਆ, ਚੰਦੂ ਪਾਪੀ ਉਹਨੂੰ ਜਾਣਦਾ ਨਹੀਂ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਜੀ ਦੀ ਜੋਤ ਹਨ। ਬਿਨ ਪੀਰਾ ਗਨ ਕਰੇ ਦਿਖਾਰੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੀੜ ਕੋਈ ਨਹੀਂ ਹੋ ਰਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਸਰੀਰਾਂ ਤੋਂ ਉੱਤੇ ਨੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਦੇ ਅਧਿਆਸ ਤੋਂ ਉੱਚੇ ਹਨ। ਤੋਏ ਜਾਮ ਲਗ ਬਾਧਾ ਦੀਨਸ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ 6 ਘੰਟੇ 2 ਪੈਰ, ਇੱਕ ਪੈਰ ਜਿਹੜਾ 3 ਘੰਟਿਆਂ ਦਾ ਹੁੰਦਾ ਆ, 6 ਘੰਟੇ ਗੁਰੂ ਅਰਜਨ ਦੇਵ ਜੀ ਉਸ ਤਪਦੀ ਹੋਈ ਰੇਤ ਉੱਤੇ ਅਡੋਲ ਬਿਰਾਜਦੇ ਰਹੇ ਤੇ 6 ਘੰਟੇ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਵਿੱਚ ਤਪਦੇ ਹੋਏ ਕੜਛੇ ਜਿਹੜੇ ਆ ਉਹ ਰੇਤੇ ਦੇ ਪਾਏ ਗਏ। 6 hours continuous ਗੁਰੂ ਅਰਜਨ ਦੇਵ ਜੀ ਮਹਾਰਾਜ sat upon the burning hot sand for 6 hours। burning hot sand was poured into their head। 6 ਘੰਟਿਆਂ ਵਾਸਤੇ ਇਹਨਾਂ ਪਾਪੀਆਂ ਜ਼ਾਲਮਾਂ ਨੇ ਤਸੀਹੇ ਦਿੱਤੇ ਨੇ ਸੱਚੇ ਪਾਤਸ਼ਾਹ ਜੀ ਨੂੰ। ਨਹੀਂ ਤਰਾਸ ਮਨ ਦੁਸ਼ਟਨ ਕੀਨਸ। ਪਰ ਇਹ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਡੋਲੇ ਨਹੀਂ, ਸੱਚੇ ਪਾਤਸ਼ਾਹ ਜੀ ਘਬਰਾਏ ਨਹੀਂ। ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਉ ਨਾਨਕ ਸੋ ਨਰੇਮਨਾ ਗਿਆਨੀ ਤਾਹੇ ਬਖਾਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਡੋਲੇ ਨਹੀਂ। 6 ਘੰਟੇ
ਆਪਣੇ ਪਾਵਨ ਸਰੀਰ ਉੱਤੇ ਇਹ ਤਸੀਹੇ ਝੱਲਦੇ ਰਹੇ ਹਨ। ਬੈਠੇ ਰਹਿ ਅਬੋਲ ਅਡੋਲ। ਸੱਚੇ ਪਾਤਸ਼ਾਹ ਜੀ ਕੁਝ ਵੀ ਬੋਲਦੇ ਨਹੀਂ। ਸੱਚੇ ਪਾਤਸ਼ਾਹ ਜੀ ਦੀ ਲਿਵ ਨਿਰੰਕਾਰ ਨਾਲ ਜੁੜੀ ਹੋਈ ਹੈ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਇੱਕ ਉਹ ਵੀ ਸਿਮਰਨ ਹੁੰਦਾ ਹੈ ਪਿਆਰਿਓ ਜੋ ਨਿਰੰਤਰ ਜ਼ੁਬਾਨ ਤੋਂ ਬਿਨਾਂ ਚੱਲਦਾ ਹੈ। ਬਿਨ ਰਸਨਾ ਜੋ ਜਪੈ ਹਿਆਓ। ਗੁਰੂ ਸਾਹਿਬ ਜੀ ਦੇ ਰੋਮ ਰੋਮ ਦੇ ਵਿੱਚ ਇਹ ਸਿਮਰਨ ਦੀਆਂ ਧੁਨਾਂ ਉੱਠਦੀਆਂ ਪਈਆਂ ਨੇ। ਮਹਾਰਾਜ ਜੀ ਜ਼ੁਬਾਨ ਤੋਂ ਕੁਝ ਬੋਲਦੇ ਨਹੀਂ। ਸੱਚੇ ਪਾਤਸ਼ਾਹ ਜੀ ਅਡੋਲ ਨੇ। Maharaj doesn't say one word with their tongue, but each part of Guru Arjan Dev Ji's body is repeating the word Vaheguru, Vaheguru, Vaheguru. Guru Sahib Ji is sitting there without moving after 6 hours of continuous torture. ਹਾਂਜੀ ਸਤਿਗੁਰ ਮਹਿਮਾ ਮਹਾ ਅਤੋਲ। ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਜਿਹੜੀ ਆ ਉਹ ਸ਼ਬਦਾਂ ਨਾਲ ਤੋਲੀ ਨਹੀਂ ਜਾਂਦੀ ਹੈ। ਅਜਰੇ ਜਰਨ ਕੀ ਔਦ ਜਨਾਈ। ਸੱਚੇ ਪਾਤਸ਼ਾਹ ਜੀ ਨੇ ਸਿਦਕ ਦੀ ਹੱਦ ਕਰਕੇ ਰੱਖ ਦਿੱਤੀ ਹੈ। ਸਾਰੀਆਂ ਸ਼ਕਤੀਆਂ ਮਹਾਰਾਜ ਦੇ ਕੋਲ ਨੇ ਪਰ ਮਹਾਰਾਜ ਜੀ ਜਰ ਕੇ ਬੈਠੇ ਆ। ਮਹਾਰਾਜ has shown the limit of love, the limit of faith. Maharaj ji is showing the limits of tolerance, the limit of inner spirituality. ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਅਜਰ ਨੂੰ ਜਰਨ ਦੀ ਉਸ ਵੇਲੇ ਹੱਦ ਵਿਖਾ ਦਿੱਤੀ ਹੈ। ਇਤੇ ਕਸ਼ਟ ਤੇ ਨਹੀਂ ਦਿਖਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇੰਨੇ ਕਸ਼ਟ ਦਿੱਤੇ ਆ ਪਰ ਮਹਾਰਾਜ ਜੀ ਨੇ ਕੋਈ ਵੀ ਕਸ਼ਟ ਜਿਹੜਾ ਉਹਦੇ ਕਰਕੇ ਘਬਰਾਏ ਨਹੀਂ। ਇੰਦਰ ਆਦ ਜੇ ਤਿਕ ਸੁਰ ਸਾਰੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿੰਨੀ ਰੱਬੀ ਸ਼ਕਤੀਆਂ ਨੇ ਨਾ ਦੇਵੀ ਦੇਵਤੇ ਨੇ ਜੋ ਵੀ ਆ ਸਾਰੇ ਬ੍ਰਹਿਮੰਡ ਦੀਆਂ ਜਿਹੜੀਆਂ ਸ਼ਕਤੀਆਂ ਨੇ ਨਾ ਉਹ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਆਈਆਂ। ਇਹ ਅੱਤ ਕਥਨੀ ਨਹੀਂ ਮੈਂ ਬੇਨਤੀ ਕਰਾਂ ਪਿਆਰਿਓ ਸਾਰੀਆਂ ਸ਼ਕਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੀ ਬੈਠੀਆਂ ਨੇ। ਹੁਣ ਭਾਵੇਂ ਸਾਨੂੰ ਨਹੀਂ ਦਿਸਦੀਆਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਾਰੀ ਦੁਨੀਆ ਹੱਥ ਜੋੜ ਕੇ ਖੜੀ ਹੋਈ ਹੈ ਸਤਿਗੁਰੂ ਦੇ ਹੁਕਮ ਦੇ ਵਿੱਚ। ਇਸੇ ਤਰ੍ਹਾਂ ਇੰਦਰ ਦੇਵਤਾ ਜਿਤਨੇ ਵੀ ਦੇਵਤੇ ਆ ਉਹ ਚੱਲ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਇਸ ਤਰ੍ਹਾਂ ਹੱਥ ਜੋੜਦੇ। All of the powers of the world have come and joined their hands together in front of Guru Arjan Dev Ji. ਉਸ ਵੇਲੇ ਸੋਚੀਏ ਗੁਰੂ ਸਾਹਿਬ ਜੀ ਦੇ ਸਰੀਰ ਦੇ ਉੱਤੇ ਛਾਲੇ over Guru Sahib Ji's body there are ulcers, blood is flowing down. There at that time all of the powers of the world, Indra Devta, all of the Devi Devte are standing there with their hands folded together. ਗੁਰੂ ਸਾਹਿਬ ਜੀ ਦੇ ਸਾਹਮਣੇ ਇਹ ਸਾਰੇ ਹੱਥ ਜੋੜ ਕੇ ਖੜੇ ਹਨ। ਚਕ੍ਰਿਤ ਚਿਤ ਗੁਰ ਚਲਤ ਨਿਹਾਰੇ। ਸੱਚੇ ਪਾਤਸ਼ਾਹ ਜੀ ਵੱਲ ਦੇਖ ਕੇ ਇਹ ਸੱਚੇ ਪਾਤਸ਼ਾਹ ਜੀ ਵੱਲ ਦੇਖ ਕੇ ਹੈਰਾਨ ਹੁੰਦੇ ਜਾ ਰਹੇ ਆ ਕਿ ਸੱਚੇ ਪਾਤਸ਼ਾਹ ਜੀ ਨੇ ਸਿਦਕ ਦੀ ਹੱਦ ਕਰਕੇ ਵਿਖਾ ਦਿੱਤਾ ਹੈ। ਧੰਨ ਧੰਨ ਸਭ ਕਰਹਿ ਬਖਾਨਾ। ਸਾਰੇ ਪਾਸੇ ਗੁਰੂ ਕੇ ਪਿਆਰਿਓ ਜਿੰਨੀ ਵੀ ਦੇਵੀ ਦੇਵਤੇ ਆ ਧੰਨ ਗੁਰੂ ਅਰਜਨ ਦੇਵ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਫਰਮਾਇਆ ਹੈ ਨਾ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਸਭ ਜਗ ਭਇਓ ਜੈ 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 ਸੁਰ ਲੋਕ। ਇਹ ਸਾਰੀ ਜਿੰਨੀਆਂ ਵੀ ਸ਼ਕਤੀਆਂ ਨੇ ਨਾ ਇਹ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਜਪ ਰਹੀਆਂ। All of the powers of the world, the angels, everything that God has created is standing there in front of Guru Arjan Dev Ji saying Dhan Guru Arjan Dev, bowing down their heads in front of Sache Paatshah Ji। ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੇ ਪਏ ਨੇ ਦੇਵਤੇ। ਇਨ ਤੇ ਬਿਨਾ ਨ ਐਸੋ ਆਨਾ। ਸੱਚੇ ਪਾਤਸ਼ਾਹ ਜੀ ਵੱਲ ਤੱਕ ਕੇ ਇਹ ਦੇਵੀ ਦੇਵਤੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਤੋਂ ਬਿਨਾ ਕਿਸੇ ਹੋਰ ਨੇ ਇਹੋ ਜਿਹਾ ਸਿਦਕ ਨਹੀਂ ਵਿਖਾਇਆ ਹੈ ਸਾਰੀ ਦੁਨੀਆ ਅੰਦਰ। ਕਰ ਬੰਧਨ ਸੁਰ ਸਦਨ ਸਿਧਾਰੇ। ਸੱਚੇ ਪਾਤਸ਼ਾਹ ਜੀ ਦੇ ਅੱਗੇ ਮੱਥਾ ਟੇਕ ਕੇ ਜਾਂਦੇ ਹਨ ਸਾਰੇ। ਆਪਸ ਵਿਖੈ ਬ੍ਰਿਤਾਂਤ ਉਚਾਰੇ। ਆਪਣੇ ਆਪ ਵਿੱਚ ਇਹ ਗੱਲਾਂ ਕਰਦੇ ਜਾ ਰਹੇ ਨੇ। ਮਹਾਰਾਜ ਦੀ ਉਪਮਾ ਗਾਉਂਦੇ ਜਾਂਦੇ ਨੇ ਕਿ ਐਸੇ ਸ਼ਕਤੀ ਦੇ ਮਾਲਕ ਸਭ ਕੁਝ ਮਹਾਰਾਜ ਜੀ ਦੇ ਹੱਥ ਵਿੱਚ ਹੈ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਮਹਾਰਾਜ ਜੀ ਦੇ ਹੱਥ ਉੱਤੇ 18 ਸਿੱਧੀਆਂ ਨੇ। ਮਹਾਰਾਜ ਜੀ ਦੇ ਹੱਥ ਉੱਤੇ ਇਹ ਰਿੱਧੀਆਂ ਨੇ। ਮਹਾਰਾਜ ਦੇ ਹੱਥ ਉੱਤੇ 9 ਨਿਧੀਆਂ 18 ਸਿੱਧੀਆਂ, ਸਾਰੀਆਂ ਰਿੱਧੀਆਂ ਸਾਰੀਆਂ ਸ਼ਕਤੀਆਂ ਮਹਾਰਾਜ ਦੇ ਹੱਥ ਉੱਤੇ ਆ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਲ ਬੈਠੇ। ਮਹਾਰਾਜ ਜੀ has all of the power of God in his hand. We read every day, don't we?
The Sache Patsha Ji Maharaj has all power in their hand. Thakur kar tal dharya in their hand. But Maharaj Ji Sache Patsha doesn't use any of that power. Maharaj is sitting there. They are sitting completely still upon the burning hot sand. ਸਾਰੇ ਦੇਵੀ ਦੇਵਤੇ ਮੱਥਾ ਟੇਕ ਕੇ ਆਪੋ ਆਪਣੇ ਪਾਸੇ ਚਲੇ ਜਾਂਦੇ ਹਨ। ਦੋਹਰਾ ਭਈ ਜਾਮਨੀ ਆਨ ਕਰ। ਰਾਤ ਪੈ ਗਈ ਆ। ਕਵੀ ਸੰਤੋਖ ਸਿੰਘ ਜੀ ਕਹਿੰਦੇ now the night has come। ਹਾਂਜੀ ਛਾਇਓ ਤਿਮਰ ਮਹਾਨ। ਸਾਰੇ ਪਾਸੇ ਹਨੇਰਾ ਛਾ ਗਿਆ ਹੈ। in all four corners it has become dark. The night has come in the city of Lahore। ਹਰ ਭਰ ਪਰਿਓ ਵਿਸਾਲ ਤਬ। ਸਾਰੇ ਪਾਸੇ ਹਾਹਾਕਾਰ ਮਚ ਗਈ ਹੈ। ਸਿੱਖਾਂ ਨੇ ਮਹਾਰਾਜ ਜੀ ਵੱਲ ਤਾਕੇ ਰਿਹਾ ਨਹੀਂ ਜਾਂਦਾ। ਬੈਰਾਗ ਦੇ ਹੰਝੂ ਜਾਂਦੇ ਨੇ ਅੱਖਾਂ ਦੇ ਵਿੱਚੋਂ। ਜੇ ਜਗ ਅਜਮਤਵਾਨ। ਜਿੰਨੇ ਦੁਨੀਆ ਦੇ ਵਿੱਚ ਕੋਈ ਵੀ ਸ਼ਕਤੀਆਂ ਵਾਲੇ ਸਨ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਧੰਨ ਗੁਰੂ ਅਰਜਨ ਦੇਵ ਜੀ ਅਸਹਿ ਤੇ ਅਕਹਿ ਕਸ਼ਟ ਸਹਾ ਰਹੇ ਨੇ। In the world, anyone who has any little bit of spiritual power, all of them can feel the sacrifice of Guru Arjan Dev Ji। ਮੈਂ ਬੇਨਤੀ ਕਰਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੇ ਕੇਵਲ ਦੁਨੀਆ ਨੂੰ ਨਹੀਂ ਕੰਬਾ ਕੇ ਰੱਖ ਦਿੱਤਾ। ਜੋ ਵੀ ਪਰਮੇਸ਼ਰ ਨੇ ਬਣਾਇਆ ਨਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਸਾਡੀ ਸੋਚ ਬੜੀ ਛੋਟੀ ਜੇ। ਅਸੀਂ ਸੋਚਦੇ ਹਾਂ ਮਹਾਰਾਜ ਦੀ ਸ਼ਹੀਦੀ ਨੇ ਸਾਨੂੰ ਜਗਾ ਦਿੱਤਾ ਜਾਂ ਕੌਮ ਨੂੰ ਜਗਾ ਦਿੱਤਾ ਜਾਂ ਹਿੰਦੁਸਤਾਨ ਨੂੰ ਜਗਾ ਦਿੱਤਾ ਜਾਂ ਦੁਨੀਆ ਨੂੰ ਜਗਾ ਦਿੱਤਾ। ਕਵੀ ਸੰਤੋਖ ਸਿੰਘ ਜੀ ਦੀ ਤਕਣੀ ਦੇਖੋ। ਕਹਿੰਦੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਦੇਖ ਕੇ ਸਾਰੀ ਯੂਨੀਵਰਸ ਵੱਲ ਕੇ ਇੱਕ ਯੂਨੀਵਰਸ ਨਹੀਂ ਜਿੰਨਾ ਵੀ ਰੱਬ ਨੇ ਬਣਾਇਆ ਸਾਰਾ ਹਿਲ ਗਿਆ ਇੱਕ ਵਾਰੀ ਦੇਖ ਕੇ। ਮਹਾਰਾਜ ਜੀ ਦੀ ਸ਼ਹੀਦੀ ਨੂੰ ਦੇਖ ਕੇ everything moves। ਕਵੀ ਸੰਤੋਖ ਸਿੰਘ says don't think just one nation the Sikhs, don't just think one country India, don't just think this world that we're sitting upon। ਸਾਡੀ ਸੋਚਣੀ ਬਹੁਤ ਛੋਟੀ ਹੈ। ਸਾਡੀ ਤੱਕਣੀ ਜਿਹੜੀ ਹੈ ਅਸੀਂ ਸੋਚਦੇ ਹਾਂ ਵੀ ਸਮੁੰਦਰ ਜਿਹੜਾ ਕੁੱਜੇ ਚ ਆ ਜੇ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਪਰ ਮੈਂ ਬੇਨਤੀ ਕਰਾਂ ਕੁੱਜੇ ਨੂੰ ਭੰਨ ਕੇ ਉਹਦੇ ਛੋਟੇ ਛੋਟੇ ਪੀਸ ਬਣਾ ਦਿਓ ਨਾ ਫਿਰ ਉਹ ਸਮੁੰਦਰ ਵਿੱਚ ਛਾ ਜਾਂਦਾ। ਆਪਣੀ ਅਕਲ ਨੂੰ ਭੰਨ ਸਿੱਖਾ ਤੂੰ ਗੁਰੂ ਦੇ ਅੱਗੇ। ਤੇਰੀ ਅਕਲ ਦੇ ਵਿੱਚ ਗੁਰੂ ਦੀ ਮੱਤ ਨਹੀਂ ਨੇ ਪੈਣਾ। ਤੂੰ ਆਪਣੀ ਅਕਲ ਭੰਨ ਕੇ ਗੁਰੂ ਦੀ ਮੱਤ ਦੇ ਵਿੱਚ ਸਮਾ ਜਾ। ਇਸ ਤਰ੍ਹਾਂ ਗੁਰੂ ਵਿੱਚ ਸਮਾਇਆ ਜਾਂਦਾ ਹੈ। What I said in Punjabi I'll translate. You cannot put an ocean into a cup, but if you break a cup into tiny little pieces, you can throw that into the ocean. It becomes the form of the ocean. Pyareo, not just one world, not just one nation, not just one country, every universe, everything God has created has been shaken by Guru Arjan Dev Ji Shahidi। Sache Padshah Maharaj di Shahidi da ਪਾਤਾਲਾਂ ਪਾਤਾਲ ਆਗਾਸਾਂ ਆਗਾਸ ਵਿੱਚ ਜਿਹੜੀ ਸੋਭਾ ਫੈਲ ਗਈ ਹੈ। ਚੌਪਈ ਚੱਲ ਆਇਓ ਤਬ ਗੋਰਖਨਾਥ। ਉਸ ਵੇਲੇ ਪਿਆਰਿਓ 84 ਸਿੱਧਾਂ ਦਾ ਜਿਹੜਾ ਗੁਰੂ ਮੰਨਿਆ ਜਾਂਦਾ ਹੈ ਗੋਰਖਨਾਥ ਉਹ ਵੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆ ਜਾਂਦਾ ਆ। ਗੋਰਖਨਾਥ comes to do darshan of ਧੰਨ ਗੁਰੂ ਅਰਜਨ ਦੇਵ ਜੀ। ਸਿੱਧ 84 ਲੈ ਕਰ ਸਾਥ। 84 ਸਿੱਧਾਂ ਨੂੰ ਨਾਲ ਲੈ ਕੇ ਉਸ ਸਥਾਨ ਤੇ ਪਹੁੰਚ ਜਾਂਦਾ ਹੈ। Gorakhnath has arrived where Guru Arjan Dev Ji is sitting। ਹਾਂਜੀ ਸਨਮੁਖ ਖੜੋ ਹੋਏ ਕਰ ਬੋਲਾ। ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਗੋਰਖਨਾਥ ਨੇ ਦੋਵੇਂ ਹੱਥ ਜੋੜ ਲਏ ਤੇ ਬਚਨ ਬੋਲਦਾ ਹੈ ਗੋਰਖਨਾਥ। ਡੇਢ ਨਿਸ਼ਚਾ ਔਰ ਅਧਿਕ ਅਡੋਲਾ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਿਸ਼ਚਾ ਅੱਗੇ ਮੱਥਾ ਟੇਕਦੇ ਆ। ਆਪ ਜੀ ਦੇ ਅੱਗੇ ਨਮਸਕਾਰ ਕਰਦੇ ਆ ਨਮਸਕਾਰ ਕਰਦੇ ਆ ਨਮਸਕਾਰ ਕਰਦੇ ਆ। ਸਨਮੁਖ ਸਿੱਧ ਭੇਟਣ ਕੋ ਆਏ। ਇਹ ਸਿੱਧ ਜਿਹੜੇ ਆ ਸਾਹਮਣੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ। ਕਵੀ ਸੰਤੋਖ ਸਿੰਘ says anyone who had spiritual power, there was a great yogi by the name of Gorakhnath who had 84 yogis under his control. Gorakhnath reaches where Guru Arjan Dev Ji is being tortured, even Gorakhnath puts his hands together। ਜਿਸ ਗੋਰਖਨਾਥ ਨੇ ਕਦੇ ਇਹ ਗੱਲ ਆਖੀ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ, ਉਹੀ ਗੋਰਖਨਾਥ ਆ ਕੇ ਕਹਿ ਰਿਹਾ ਧੰਨ ਗੁਰੂ ਅਰਜਨ ਦੇਵ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। Even the great yog master Gorakhnath comes. He had fallen down in front of Guru Nanak and he had said ਧੰਨ ਨਾਨਕ ਤੇਰੀ ਵੱਡੀ ਕਮਾਈ। There is no one as great as Guru Nanak। ਸਭ ਤੇ ਵੱਡਾ ਸਤਿਗੁਰੂ ਨਾਨਕ। And he puts his hands together. He says Guru Arjan, there is no one with enough faith as much as you। ਸੱਚੇ ਪਾਤਸ਼ਾਹ ਆਪ ਜੀ ਵਰਗਾ ਨਿਸ਼ਚਾ ਦੁਨੀਆ ਵਿੱਚ ਹੈ ਨਹੀਂ। ਆਪ ਜੀ ਵਰਗਾ ਕੋਈ ਅਡੋਲ ਨਹੀਂ ਹੈ ਸੰਸਾਰ ਦੇ ਅੰਦਰ। ਸਿੱਧਾਂ ਨੂੰ ਮੰਨਿਆ ਜਾਂਦਾ ਸੀ
ਕਿ ਇਹ ਬੜੇ ਅਡੋਲ ਨੇ, ਪਰ ਇਹ ਸਿੱਧ ਕਹਿੰਦੇ ਆ ਸੱਚੀ ਗੱਲ ਪਾਤਸ਼ਾਹ, ਅਸੀਂ ਆਪਣੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਸੀ, ਪਰ ਪਾਤਸ਼ਾਹ ਜੀ ਆਪ ਜੀ ਦਾ ਤੱਤੀ ਹੋਈ ਰੇਤੇ ਉੱਤੇ ਵੀ ਅਡੋਲ ਸਮਾਧੀ ਲਗਾ ਕੇ ਬੈਠੇ। ਆਪ ਜੀ ਨੇ ਉਬਲਦੀਆਂ ਹੋਈਆਂ ਦੇਗਾਂ ਵਿੱਚ ਵੀ ਉਬਾਲੇ ਖਾਧੇ ਆ। ਆਪ ਜੀ ਦੇ ਸਰੀਰ ਤੋਂ ਚੋਲਾ ਉਤਰਵਾ ਕੇ ਤੇ ਤਪਦੀ ਹੋਈ ਕੜਕਵੀਂ ਜੇਠ ਹਾੜ ਦੀ ਧੁੱਪ ਵਿੱਚ ਆਪ ਜੀ ਨੇ ਸਮਾਧੀ ਲਾਈ ਹੈ। Gorakhnath puts his hands together. He said, we ran away to the jungles. We ran there to do meditation. But Guru Arjan Dev, you are meditating even whilst you are boiling in boiling hot water. Guru Arjan Dev, you are boiling even while sitting on red hot sand. Guru Arjan Dev, even when the summer sun is falling down on your body, you are still in meditation. Prabh ka simran aap ji da ਟੁੱਟਿਆ ਨਹੀਂ। ਇਹ ਗੁਰੂ ਅਰਜਨ ਦੇਵ ਸੁਖਮਣੀ ਸਾਹਿਬ ਦੀ ਵਿਆਖਿਆ ਕਰਦੇ ਪਏ ਨੇ ਨਾ, ਪ੍ਰਭ ਕੈ ਸਿਮਰਨ ਨਿਹਚਲ ਆਸਨ। No one can break your inner focus upon God. ਗੋਰਖਨਾਥ ਵੀ ਆ ਕੇ ਨਮਸਕਾਰਾਂ ਕਰਦਾ ਹੈ ਜੀ। ਅਜਰ ਜਰਨ ਤੁਮ ਸਮ ਨਹਿ ਆਨ, ਤੁਹਾਡੇ ਵਰਗਾ ਕੋਈ ਹੋਰ ਅਜਰ ਨੂੰ ਜਰ ਨਹੀਂ ਸਕਦਾ। ਤੀਰਥ ਸਗਰੇ ਭਏ ਹੈਰਾਨ, ਸਾਰੇ ਗੁਰੂ ਅਰਜਨ ਦੇਵ ਜੀ ਵੱਲ ਤੱਕ ਕੇ 84 ਸਿੱਧ ਵੀ ਹੈਰਾਨ ਹੁੰਦੇ ਹਨ। ਏਤ ਕਤਾਪ ਸਹੇ ਨਹਿ ਡੋਲੇ, ਸੱਚੇ ਪਾਤਸ਼ਾਹ ਇੰਨਾ ਤਪ, ਇੰਨੀ ਗਰਮੀ, ਉਤੋਂ ਜੇਠ ਹਾੜ ਦੀ ਗਰਮੀ, ਉਬਲਦੀ ਦੇਗ ਵਿੱਚ ਉਬਾਲੇ ਖਾਣੇ, ਤੱਤੀ ਰੇਤ ਉੱਤੇ ਅਡੋਲ ਚੌਂਕੜਾ ਮਾਰਨਾ, ਇੰਨੀ ਗਰਮੀ, this much burning is falling down, the burning hot sun, the boiling of the water, the burning hot sand. Sache Padshah Ji Maharaj, aap ji varga koi nahi. If we're sitting here today, Gorakhnath is bowing down, Indra is bowing down, Indra vi ਝੁਕਦਾ ਆ Guru Arjan Dev Ji ਦੇ ਚਰਨਾਂ ਤੇ, Gorakhnath ਵੀ ਝੁਕਦਾ ਆ Guru Arjan Dev Ji ਦੇ ਚਰਨਾਂ ਤੇ ਮੈਂ ਬੇਨਤੀ ਕਰਾਂ ਸ਼ਹੀਦੀ ਦਿਵਸ ਤੇਰਾ ਸਿੱਖਾਂ ਤਾਂ ਸਫਲ ਹੋਵੇਗਾ ਜੇ ਤੂੰ ਵੀ ਅੱਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਝੁਕ ਜਾ। ਜੇ ਅੱਜ ਤੂੰ ਵੀ ਆਪਣੀ ਜ਼ੁਬਾਨ ਤੋਂ ਕਹਿ ਦੇ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰ ਬਣਾਇਓ। ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਤੱਤੀ ਤਵੀਆਂ ਉੱਤੇ ਅਡੋਲ ਬੈਠਣ ਵਾਲਿਓ, ਤੱਤੀ ਲੋਹ ਉੱਤੇ ਅਡੋਲ ਬੈਠਣ ਵਾਲਿਓ, ਉਬਲਦੀ ਹੋਈ ਦੇਗ ਵਿੱਚ ਉਬਾਲੇ ਖਾਣ ਵਾਲਿਓ, ਤੁਹਾਡੇ ਅੱਗੇ ਸਾਰਾ ਸੰਸਾਰ ਝੁਕਦਾ ਹੈ। Not just what we can see, even those powers which cannot be seen with your eyes are bowing down to Guru Arjan Dev Ji. ਜੋ ਅੱਖਾਂ ਨਾਲ ਦਿਸਦਾ ਹੈ ਉਹਨੇ ਤਾਂ ਝੁਕਣਾ ਹੀ ਆ ਮਹਾਰਾਜ ਦੇ ਅੱਗੇ। ਮੈਂ ਬੇਨਤੀ ਕਰਾਂ ਜਿੰਨੀਆਂ ਗੁਪਤ ਸ਼ਕਤੀਆਂ ਉਹ ਸਾਰੀਆਂ ਮਹਾਰਾਜ ਦੇ ਅੱਗੇ ਝੁਕ ਰਹੀਆਂ, ਹੁਣ ਵੀ ਝੁਕਦੀਆਂ ਨੇ, ਅੱਜ ਵੀ ਝੁਕਦੀਆਂ। ਸਾਨੂੰ ਨਹੀਂ ਦਿਸਦੀਆਂ ਪਰ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਾਰੀ ਦੁਨੀਆ ਦੀਆਂ ਸ਼ਕਤੀਆਂ ਐਦਾਂ ਦੋਵੇਂ ਹੱਥ ਜੋੜ ਕੇ ਖੜੀਆਂ। Even today the whole power of the world has its hands like this in front of ਧੰਨ ਗੁਰੂ ਅਰਜਨ ਦੇਵ ਜੀ। ਨਸਹਿ ਜਗਤ ਜਨ ਇੱਕ ਬਚ ਬੋਲੇ, ਸੱਚੇ ਪਾਤਸ਼ਾਹ ਤੁਹਾਡਾ ਇੱਕ ਬਚਨ ਦੇ ਨਾਲ ਸਾਰੀ ਦੁਨੀਆ ਨੂੰ ਸਵਾਹ ਕਰ ਸਕਦੇ। ਇਹ ਸਿੱਧ ਕਹਿੰਦੇ ਨੇ ਮਹਾਰਾਜ ਨੂੰ। ਮੈਂ ਬੇਨਤੀ ਕਰਾਂ ਭਾਵੇਂ ਸਿੱਖ ਦਾ ਅਕੀਦਾ ਨਹੀਂ ਰਿਹਾ, ਪਰ ਦੇਖੋ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜੰਗਲਾਂ 'ਚ ਬੈਠੇ ਸੀ, ਉਹ ਸਿੱਧਾਂ ਦੀ ਇੰਨੀ ਸ਼ਰਧਾ ਹੈ ਮਹਾਰਾਜ ਦੇ ਉੱਤੇ। They say Maharaj, in your command, if you gave one command, you could obliterate the whole world. ਤੁਹਾਡਾ ਇੱਕ ਹੁਕਮ, ਇੱਕ ਬਚਨ ਜਿਹੜਾ ਆ could wipe out everything. ਇੰਨੀ ਵੱਡੀ ਸ਼ਕਤੀ ਦੇ ਮਾਲਕ ਹੋ ਤੁਮ ਨਿਜ ਨੇਮ ਨਿਬਾਹਨ ਕਰੋ, ਪਰ ਆਪ ਜੀ ਆਪਣਾ ਨੇਮ ਜਿਹੜਾ ਨਿਭਾਈ ਜਾਂਦੇ ਹੋ, ਆਪਣੀ ਸ਼ਕਤੀ ਨਹੀਂ ਆਪ ਜੀ ਦਿਖਾਉਂਦੇ ਹੋ। ਵਿਨਾਸ਼ਨ ਇੱਛ ਨਾ ਧਰੋ, ਆਪ ਜੀ ਆਪਣੇ ਅੰਦਰ ਕੋਈ ਵੀ ਇੱਛਾ ਨਹੀਂ ਧਾਰਨ ਕਰਦੇ ਇਸ ਦੁਸ਼ਟ ਦੇ ਵਿਨਾਸ਼ ਦੀ। ਮੈਂ ਅਬ ਪਾਪੀ ਕੋ ਘਰ ਜੇਤੋ, ਗੋਰਖਨਾਥ ਕਹਿੰਦਾ ਮੇਰੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਮਹਾਰਾਜ, ਮੈਂ ਜਾਂਦਾ ਆ ਇਸ ਪਾਪੀ ਚੰਦੂ ਦੇ ਘਰ। ਗੋਰਖਨਾਥ says I have a lot of power, let me go to the house of ਚੰਦੂ। ਹਾਂਜੀ ਆਪਣੀ ਖੰਡ ਉਲਟ ਦਿਓ ਤੇਤੋ, ਕਹਿੰਦੇ ਕਿ ਗੋਰਖਨਾਥ ਕਹਿੰਦਾ ਜਿੰਨਾ ਚੰਦੂ ਦਾ ਘਰ ਆ ਨਾ, ਕਹਿੰਦੇ ਮੈਂ ਆਪਣੀ ਯੋਗ ਸ਼ਕਤੀ ਨਾਲ ਉਹਨੂੰ ਗਰਕ ਕਰਕੇ ਰੱਖ ਦਿਆਂਗਾ। ਗੋਰਖਨਾਥ says to ਧੰਨ ਗੁਰੂ ਅਰਜਨ ਦੇਵ ਜੀ, that part where Chandu is living, that house, I will make that house fall upside down, I will make it fall into the ground। ਇਹ ਗੋਰਖਨਾਥ ਕਹਿੰਦਾ ਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਮਹਾ ਅਵਗਿਆ ਕੋ ਫਲ ਪਾਵੈ, ਇਹਨੇ ਬੜਾ ਵੱਡਾ ਪਾਪ ਕੀਤਾ ਆਪ ਜੀ ਨੂੰ, ਇਹ ਤਸੀਹੇ ਦੇ ਰਿਹਾ ਹੈ। ਚੰਦੂ has done so much sin, give me the command, Gorakhnath says, and I will wipe out Chandu and his family। ਹਾਂਜੀ ਕੋਨ ਜਗ ਮਹਿ ਨਹਿ ਸੰਤ ਦੁਖਾਵੈ, ਫੇਰ ਕਦੇ ਇਹ ਸੰਤਾਂ ਨੂੰ ਮਹਾਂਪੁਰਖਾਂ ਨੂੰ ਦੁੱਖ ਨਹੀਂ ਦੇਵੇਗਾ। ਸ੍ਰੀ ਸਤਿਗੁਰ ਸੁਨ ਕਰ ਕਹਿ ਬੈਨ, ਸੱਚੇ ਪਾਤਸ਼ਾਹ ਜੀ ਨੇ ਇਹਦੇ ਬਚਨਾਂ ਨੂੰ ਸੁਣਿਆ ਹੈ
महाराज, here's the words of गोरखनाथ। ਮਨ ਸੰਤਨ ਕੇ ਤਰਾਸ ਰਹਿ ਨਾ। ਪਰ ਉਸ ਵੇਲੇ ਮਹਾਰਾਜ ਨੇ ਆਖਿਆ, ਤੁਸੀਂ ਸੰਤਾਂ ਦੀ ਗੱਲ ਕਰਦੇ ਹੋ, ਸਾਡੇ ਘਰ ਦੇ ਵਿੱਚ ਤਾਂ ਸੰਤ ਹੀ ਉਹਨੂੰ ਮੰਨਿਆ ਜਾਂਦਾ ਹੈ ਜਿਹਦੇ ਦਿਲ ਵਿੱਚ ਭੈ ਨਾ ਹੋਵੇ, ਜਿਹਦੇ ਦਿਲ ਵਿੱਚ ਡਰ ਹੋਵੇ, ਉਹ ਸੰਤ ਕਾਹਦਾ। ਕਹਿੰਦੇ ਸਾਡੇ ਘਰ ਦੇ ਅੰਦਰ ਜਿਹਨੂੰ ਸਰੀਰ ਨਾਲ ਰੱਤੀ ਮਾਤਰ ਵੀ ਮੋਹ ਆ, ਉਹ ਸੰਤ ਨਹੀਂ ਹੈ। ਸੰਤ ਉਹ ਹੈ ਜੋ ਅਕਾਲ ਪੁਰਖ ਜੀ ਨਾਲ ਜੁੜਿਆ ਹੋਵੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ says, a true saint is never afraid of death. A true saint is that person who doesn't have 1 inch of fear in their heart. ਸਾਡੇ ਦਿਲ ਅੰਦਰ ਮੌਤ ਦਾ ਕੋਈ ਵੀ ਰੱਤੀ ਮਾਤਰ ਵੀ ਡਰ ਨਹੀਂ ਹੈ। ਸਾਹਮਣੇ ਕਰਨੋ ਹੈ ਅਸ ਖੇਲੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਸੀਂ ਤਾਂ ਇਹੀ ਕੌਤਕ ਵਰਤਾਉਣੇ ਆ, ਇਹ ਸਾਡੀ ਖੇਲ ਹੈ। ਦਿਸ ਇਜ਼ ਮਾਈ ਗੇਮ। ਗੁਰੂ ਅਰਜਨ ਦੇਵ ਜੀ ਮਹਾਰਾਜ ਸੇਜ਼, ਹਾਂਜੀ ਆਏ ਅਪਰ ਕੋ ਬਿਗਨ ਨਾ ਮੇਲੇ। ਮਹਾਰਾਜ ਜੀ ਕਹਿੰਦੇ ਤੁਸੀਂ ਆ ਕੇ ਕੋਈ ਵਿਘਨ ਨਾ ਪਾਵੋ। ਡੂ ਨਾਟ ਕਮ ਐਂਡ ਇੰਟਰਰਪਟ ਦ ਗੇਮ ਆਫ ਗੋਡ। ਮਹਾਰਾਜ ਕਹਿੰਦੇ ਪਰਮੇਸ਼ਰ ਦੀ ਖੇਡ ਵਿੱਚ ਵਿਘਨ ਨਾ ਪਾਉਣਾ ਕਰੋ। ਹੋਣ ਹਾਰ ਪਰ ਨਿਸ਼ਚਾ ਕਰਨੋ। ਤੁਸੀਂ ਅਕਾਲ ਪੁਰਖ ਦੇ ਹੁਕਮ ਉੱਤੇ, ਉਹਦੇ ਭਾਣੇ ਉੱਤੇ ਨਿਸ਼ਚਾ ਕਰੋ। ਮਹਾਰਾਜ ਇਹਨਾਂ ਨੂੰ ਵੀ ਸਿਖਾ ਰਹੇ ਆ ਕਿ ਤੁਸੀਂ ਆਪਣੀਆਂ ਸ਼ਕਤੀਆਂ ਦਾ ਮਾਣ ਨਾ ਕਰੋ, ਤੁਸੀਂ ਪਰਮੇਸ਼ਰ ਦੇ ਭਾਣੇ ਨੂੰ ਮੰਨਣਾ ਕਰੋ। ਇਹ ਚੀਜ਼ ਤੁਹਾਡੇ ਵਿੱਚ ਨਹੀਂ ਹੈ। ਲਰਨ ਹਾਊ ਟੂ ਐਕਸੈਪਟ ਦ ਹੁਕਮ, ਲਰਨ ਹਾਊ ਟੂ ਐਕਸੈਪਟ ਦ ਕਮਾਂਡ ਆਫ ਗੋਡ। ਹਾਂਜੀ, ਇਹ ਸੰਤਨ ਕੋ ਮਤ ਬਰ ਨੂੰ। ਇਹ ਹੈ ਸੰਤਾਂ ਦੀ ਮੱਤ, ਇਹ ਹੈ ਗੁਰੂ ਦੀ ਮੱਤ, ਇਹ ਹੈ ਸ੍ਰੇਸ਼ਟ ਮੱਤ। ਪਰਮੇਸ਼ਰ ਦੇ ਭਾਣੇ ਨੂੰ ਮੰਨ ਕੇ ਕਹਿਣਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ says, a saint is that person who accepts the command of God, whether that means sitting on burning hot plates, whether that means being boiled alive, whether that means having hot sand being poured into your case। ਇਹ ਪਰਮੇਸ਼ਰ ਦਾ ਹੁਕਮ ਹੈ ਤੇ ਸੰਤ ਉਹ ਹੈ ਜੋ ਪਰਮੇਸ਼ਰ ਦੇ ਹੁਕਮ ਨੂੰ ਮੰਨਦਾ ਹੈ। ਸੁਣ ਕਰ ਧੰਨ ਧੰਨ ਕਹਿ ਗਏ। ਉਸ ਵੇਲੇ ਗੋਰਖਨਾਥ ਤੇ 84 ਸਿੱਧ ਜਿਹੜੇ ਆ, ਉਹ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਕਹਿ ਕੇ ਤੁਰ ਗਏ ਹਨ। ਗੁਰ ਰੁਖ ਦੇਖ ਨਾ ਸਿੱਧ ਪ੍ਰਗਟਾਏ। ਸੱਚੇ ਪਾਤਸ਼ਾਹ ਜੀ ਵੱਲ ਤੱਕਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਸ਼ਕਤੀਆਂ ਨੂੰ ਗੁਪਤ ਕਰਕੇ ਰੱਖਿਆ, ਪ੍ਰਗਟ ਨਹੀਂ ਕਰਦੇ ਹਨ। ਅਵਸਰ ਪਾਏ ਪੀਰ ਪੁਨ ਆਏ। ਫਿਰ ਪਿਆਰਿਓ ਸਮਾਂ ਪਾ ਕੇ ਪੀਰ ਆਉਂਦੇ ਨੇ। ਪੀਰਾਂ ਦੇ ਵਿੱਚੋਂ ਵੱਡੇ ਮੰਨੇ ਜਾਂਦੇ ਸੀ ਸਾਈਂ ਮੀਆਂ ਮੀਰ। ਹੁਣ ਪਿਆਰਿਓ ਉਹ ਸਮਾਂ ਆ ਗਿਆ ਹੈ। ਨਾਓ ਦ ਟਾਈਮ ਹੈਜ਼ ਕਮ। ਸਾਈਂ ਮੀਆਂ ਮੀਰ, who was the friend of Guru Arjan Dev Ji Maharaj, who came and worshipped Guru Arjan Dev Ji Maharaj, ਹੁਣ ਸਾਈਂ ਮੀਆਂ ਮੀਰ ਆਣ ਕੇ ਦਰਸ਼ਨ ਕਰਦੇ ਨੇ। ਨਾਲ ਸਾਈਂ ਮੀਆਂ ਮੀਰ ਹੋਰ ਆਪਣੇ ਚੇਲਿਆਂ ਨੂੰ, ਮੁਰੀਦਾਂ ਨੂੰ ਲੈ ਕੇ ਆਇਆ ਹੈ। ਸਾਈਂ ਮੀਆਂ ਮੀਰ brings many of his other servants with him। ਹਾਂਜੀ, ਕਰਾਮਾਤ ਕਾਮਲ ਸਮਦਾਏ। ਜਿਨ੍ਹਾਂ ਕੋਲ ਬਹੁਤ ਵੱਡੀਆਂ ਕਰਾਮਾਤਾਂ ਸੀ, ਜਿਹੜੇ ਬਹੁਤ ਕਾਮਲ ਸਨ। ਨਮੋ ਕਰੀ ਹੋਏ ਖਰੇ ਅਗਾਰੀ। ਤੇ ਉਸ ਵੇਲੇ ਹੱਥ ਜੋੜਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ। ਤੁਮ ਸਹੋ ਕਸ਼ਟ ਤਨ ਭਾਰੀ। ਉਸ ਵੇਲੇ ਸਾਈਂ ਮੀਆਂ ਮੀਰ ਜੀ ਨੇ ਆਖਿਆ ਕਿ ਇਤਨੇ ਕਸ਼ਟ, ਇਤਨੇ ਦੁੱਖ, ਇਤਨੇ ਤਸੀਹੇ, ਕਦੇ ਉਬਲਦੀ ਹੋਈ ਦੇਗ ਵਿੱਚ ਆਪ ਜੀ ਉਬਾਲੇ ਖਾਂਦੇ ਹੋ, ਕਿਤੇ ਸੱਚੇ ਪਾਤਸ਼ਾਹ ਆਪ ਜੀ ਕੜਕਵੀਂ ਧੁੱਪ ਦੇ ਵਿੱਚ ਬਾਹਰ ਖੜੇ ਹੋ, ਸੱਚੇ ਪਾਤਸ਼ਾਹ ਹੁਣ ਤਪਦੇ ਹੋਏ ਰੇਤੇ ਦੀ ਸੇਜ ਉੱਤੇ। ਸਾਈਂ ਮੀਆਂ ਮੀਰ comes, he says to Maharaj, he says, Maharaj, why are you going through so much pain? ਸੱਚੇ ਪਾਤਸ਼ਾਹ, why are you going through so much of this pain? Why are you letting yourself being boiled alive? Why are you allowing them to make you sit upon this burning hot sand? Because many of us don't know. It wasn't just the boiling water, it wasn't just the boiling tapdi hoi lo. Guru Arjan Dev Ji Maharaj also sat upon boiling hot sand. Saint Mia Mir is saying, Maharaj, why are you going through all this pain? ਉਸ ਵੇਲੇ ਪਿਆਰਿਓ ਕਵੀ ਨੇ ਦੋ ਪੰਕਤੀਆਂ ਲਿਖੀਆਂ ਨੇ। ਕਵੀ ਕਹਿੰਦਾ ਆ ਕਿ ਚਾਰੋਂ ਤਰਫੋਂ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਨੇ ਜਦੋਂ ਆਨ ਡਿਠਾ ਹਾਲ ਯਾਰ ਦਾ, ਉਹ ਵਿਆਕਲ ਹੋ ਗਿਆ ਚੀਕਦੇ ਤਾਹੀਂ ਮਾਰਦਾ। ਸਾਈਂ ਮੀਆਂ ਮੀਰ ਦੇ ਨੇਤਰਾਂ ਵਿੱਚੋਂ ਪਾਣੀ ਵਹਿ ਰਿਹਾ ਆ। ਸਾਈਂ ਮੀਆਂ ਮੀਰ ਜੀ is crying, seeing Guru Arjan Dev Ji upon the burning hot sand. And at that time ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਆਖੇ ਸੀ, ਸੁਣ ਸਤਿਗੁਰ ਬੋਲੇ, ਮੀਆਂ ਜੀ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਿਹਾ ਮਨ ਸ਼ਾਂਤ ਹੈ ਹਰਿ ਨਾਮ ਸੇ। ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਫਰਮਾਏ, ਕਹਿੰਦੇ ਮੀਆਂ ਜੀ ਤੁਸੀਂ ਚਮੜੀ ਦੀਆਂ ਗੱਲਾਂ ਛੱਡੋ, ਅੰਦਰ ਦੇਖੋ
ਤੇ ਅੰਦਰ ਉਹ ਖੇਡ ਵਰਤਦੀ ਆ, ਤਪਤ ਮਾਹੇ ਠਾਂਡ ਵਰਤਾਈ, ਅੰਧ ਪਿਆ ਦੁੱਖ ਨਾਠੇ ਭਾਈ। ਉਸ ਵੇਲੇ ਜੋ ਸਾਈਂ ਮੀਆਂ ਮੀਰ ਜੀ ਪੁੱਛਦੇ ਆ, ਜੋ ਸੱਚੇ ਪਾਤਸ਼ਾਹ ਜੀ ਦੱਸਦੇ ਆ, ਉਹ ਕੱਲ ਦੇ ਦੀਵਾਨ ਵਿੱਚ ਆਪਾਂ ਇੱਥੋਂ ਹੀ ਆਰੰਭਤਾ ਕਰਾਂਗੇ। ਸੱਚੇ ਪਾਤਸ਼ਾਹ ਜੀ ਨੂੰ ਕਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਵਾਲ ਪੁੱਛਿਆ ਸੀ, ਅੱਜ ਗੁਰੂ ਅਰਜਨ ਦੇਵ ਜੀ ਉਹਦਾ ਜਵਾਬ ਦੇ ਰਹੇ। ਸਾਈਂ ਮੀਆਂ ਮੀਰ asked the Guru a question many years before that in Amritsar Sahib. What was that question? What is Guruji's answer? We are going to begin the prasang from where we have left off today. ਅੱਜ ਜਿੱਥੋਂ ਤੱਕ ਆਪਾਂ ਪਹੁੰਚ ਚੁੱਕੇ ਹਾਂ ਇੱਥੇ ਸਮਾਪਤੀ ਕਰਦੇ ਹਾਂ। ਕੱਲ ਦਾ ਪ੍ਰਸੰਗ ਇੱਥੋਂ ਹੀ ਆਰੰਭ ਕਰਾਂਗੇ ਜੀ। ਭੁੱਲਾ ਨਾ ਚਿਤਾਰਿਓ। ਆਪ ਜੀ ਅੱਗੇ ਬੇਨਤੀ ਹੈ, ਕੱਲ ਦਾ ਕਥਾ ਦਾ ਸਮਾਂ ਵੀ 7 ਤੋਂ ਲੈ ਕੇ 8 ਦਾ ਹੋਵੇਗਾ। ਕੱਲ ਨੂੰ ਸੱਚੇ ਪਾਤਸ਼ਾਹ ਜੀ ਨੇ ਤਪਤ ਲੋਹ ਦੇ ਉੱਤੇ ਖੜਨਾ। In tomorrow's divan, Guru Arjan Dev Ji Maharaj is going to go through the last of these tortures. Maharaj Ji is going to be standing upon a burning hot plate. The question and answers between Sai Mian Mir and Guru Arjan Dev, we will hear that in tomorrow's divan as well. आओ प्यारियो, भुल्ला ना चितारनिया जी। अखीरलियां पंक्तियां पढ़ के समाप्ति ਦਾ ਸ਼ਬਦ ਪੜ੍ਹਨਾ ਕਰਦੇ ਹਾਂ ਜੀ। ਨਮੋ ਕਰੀ ਹੋਏ ਖਰੇ ਅਗਾਰੀ, ਕਿਉਂ ਤੁਮ ਸਹੋ ਕਸ਼ਟ ਤਨ ਭਾਰੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ, दीन दर्द निवार। हे सम्राट अगम पूरन, मोहि मैं आतार। अंधकूप महापयान, नानक पार उतार। आए प्रभ शरणागति, कृपा निध दयाल। एक अखर हर मन बस्त, नानक होत निहाल। कथा निता व्रत होत है, सुनो सिंह सुजान। नानक गुरु गोबिंद सिंह जी, सदा करत कल्याण। नानक गुरु गोबिंद सिंह जी, सदा करत कल्याण। भुल्ला ना चितारनिया जी। सारी संगत गज के फतेह गजाउणा जी। सारे आखना वाहिगुरू जी का खालसा वाहिगुरू जी की फतेह।